ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਤੁਸੀਂ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। J&H ਐਕਸਪ੍ਰੈਸ ਵਾਲੇ ਮਨਮੋਹਨ ਸਿੰਘ ਧਾਲੀਵਾਲ ਨੂੰ ਓਨਰ ਆਪਰੇਟਰ ਅਤੇ ਡਰਾਈਵਰ ਚਾਹੀਦੇ ਨੇ ਜੀ। ਇਹ ਸੈਟਲ ਏਰੀਏ ਤੁਹਾਨੂੰ ਲੋਕਲ ਵਰਕ ਦਿੰਦੇ ਨੇ। 2065500088 'ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਨੂੰ ਓਨਰ ਆਪਰੇਟਰ ਅਤੇ ਡਰਾਈਵਰ ਚਾਹੀਦੇ ਨੇ। ਡਿਸਪੈਚ ਪੰਜਾਬੀ 'ਚ ਕਰਕੇ ਦਿੰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ ਸੰਪਰਕ ਕਰੋ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਕੀ ਲੱਗਦਾ ਹੈ ਅਦਾਲਤ ਨੇ ਕੱਚਾ ਪੱਕਾ ਜਿਹਾ ਸਟੇ ਦੇਤਾ? ਕਹਿੰਦੇ ਹੁੰਦੇ ਨਾ ਵੀ ਉਹ ਜਿਵੇਂ ਆਟਾ ਗੁੰਨਣਾ ਹੋਵੇ ਤੇ ਪਾਣੀ ਵੱਧ ਪੈ ਜੇ, ਉਂਗਲਾਂ ਜਿਹੀਆਂ ਨਾਲ ਚਿੰਬੜੀ ਜਾਂਦਾ, ਨਾ ਲਹਿੰਦਾ ਨਾ ਆਟਾ ਗੁੰਨੀ ਦਾ। ਅੱਜ ਮੀਟਿੰਗ ਸੀ ਇੱਕ ਤਰ੍ਹਾਂ ਨਾਲ ਸਿੰਘ ਜਿਹੜੇ ਨੇ ਫਸੇ ਹੋਏ ਨੇ ਸਰਕਾਰ ਤੇ ਕਿਸਾਨਾਂ ਦੇ। ਹੱਲ ਦੋਵੇਂ ਕੱਢਣਾ ਚਾਹੁੰਦੇ ਆ ਜਾਂ ਸਮਝ ਨਹੀਂ ਆਉਂਦੀ ਕੀ ਕਹਾਣੀ ਹੈ, ਜਾਂ ਬੇਈਮਾਨੀ ਹੈ ਢਿੱਡੇ ਸਰਕਾਰ ਤੇ? ਦੇਖੋ, ਹੱਲ ਕਿਸਾਨ ਤਾਂ ਕੱਢਣਾ ਚਾਹੁੰਦੇ ਹੈ। ਕਿਸਾਨ ਤਾਂ ਕਹਿੰਦੇ ਹੈ ਕਿ 3 ਕਿਸਾਨ ਮਾਰੂ ਕਾਨੂੰਨ ਜਿਹੜੇ ਖੇਤੀ ਕਾਨੂੰਨ ਤੁਸੀਂ ਲੈ ਕੇ ਆਂਦੇ ਹੈ ਜੀ, ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿਓ, ਮਾਮਲਾ ਖਤਮ ਹੈ। ਔਰ ਜੇ ਇਹ ਕਾਨੂੰਨ ਕੇਂਦਰ ਰੱਦ ਕਰਦਾ ਹੋਵੇ ਤਾਂ ਸੱਚਮੁੱਚ ਹੀ ਮਾਮਲਾ ਖਤਮ ਹੋ ਜੂ। ਬਿਲਕੁਲ ਹੋ ਜੂਗਾ ਜੀ। ਲੇਕਿਨ ਕੇਂਦਰ ਕਹਿੰਦਾ ਵੀ ਨਹੀਂ, ਤੁਸੀਂ ਆਹ ਸੁਣੋ, ਆਹ ਦਵਾਈ ਤੁਸੀਂ ਜ਼ਰੂਰ ਲਓ, ਇਹਦੇ ਨਾਲ ਨਾ ਤੁਹਾਡਾ ਜਿਹੜਾ ਹੈਗਾ ਢਿੱਡ ਦੁਖਣੋਂ ਹਟ ਜੂਗਾ। ਢਿੱਡ ਦੁਖਦਾ ਨਹੀਂ, ਉਹ ਦੁਖਦੇ, ਉਹ ਕਹਿੰਦੇ ਸਾਡਾ ਤਾਂ ਲੱਤ ਵੱਢੀ ਜਾਂਦੇ। ਹਾਂ, ਲੜਾਈ ਹੈਗੀ ਹੈ ਲੱਤ ਵੱਢਣ ਦੀ ਤੇ ਢਿੱਡ ਦੁਖਦੇ ਦੀ। ਢਿੱਡ ਦੀ ਅੰਦਰ ਕੀ ਬਿਮਾਰੀ ਕੀ ਹੈ ਤਾਂ ਕਿਸੇ ਨੂੰ ਪਤਾ ਹੀ ਨਹੀਂ। ਲੱਤ ਵੱਢੀ ਦੀ ਕਿਸਾਨਾਂ ਨੂੰ ਦਿਸ ਰਹੀ ਹੈ ਜੀ ਕਿ ਸਾਡੀ ਲੱਤ ਵੱਢੀ ਜਾ ਰਹੀ ਹੈ, ਸਾਡੀ ਜ਼ਮੀਨ ਖੁੱਸ ਰਹੀ ਹੈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੀ ਕਹਿਣਗੀਆਂ। ਇਸ ਕਰਕੇ ਇੱਥੇ ਮਾਮਲਾ ਫਸਿਆ ਪਿਆ ਜੀ। ਵੱਡੀ ਗੱਲ ਇੱਕ ਇਹਦੇ 'ਚ ਇਹ ਹੈ ਦਾਨੇਵਾਲੀਆ ਸਾਹਿਬ ਕਿ ਆਮ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ ਜਦੋਂ ਨੈਗੋਸ਼ੀਏਸ਼ਨ ਹੁੰਦੀ ਹੈ ਨਾ ਜੀ, ਨੈਗੋਸ਼ੀਏਸ਼ਨ ਵਾਲੇ ਬੰਦੇ ਹੋਰ ਹੁੰਦੇ ਆ, ਪ੍ਰਸ਼ਾਸਨ ਵਾਲੇ ਬੰਦੇ ਹੋਰ ਹੁੰਦੇ ਆ। ਆਮ ਤੌਰ ਤੇ ਨੈਗੋਸ਼ੀਏਸ਼ਨ ਉਹਨਾਂ ਬੰਦਿਆਂ ਨੂੰ ਦਿੱਤੀ ਜਾਂਦੀ ਹੈ ਜ਼ਿੰਮੇਵਾਰੀ ਨੈਗੋਸ਼ੀਏਸ਼ਨ ਵਾਸਤੇ ਜਿਹੜੇ ਬੰਦੇ ਥੋੜ੍ਹੇ ਜਿਹੇ ਨਰਮ ਹੋਣ ਜੀ, ਜਿਹੜੇ ਕਿਸੇ ਨੂੰ ਉਤੇਜਿਤ ਨਾ ਕਰਨ। ਇੱਥੇ ਜਿਹੜੀ ਨੈਗੋਸ਼ੀਏਸ਼ਨ ਹੋ ਰਹੀ ਹੈ ਸਰਕਾਰ ਵਾਲੇ ਪਾਸੋਂ 3 ਲੀਡਰ ਹੈ ਉਹਦੀ ਜੀ, 3 ਮੈਂਬਰ ਹੈ। ਅਸਲ ਦੇ ਵਿੱਚ ਤਾਂ ਜਿਹੜੇ ਨਰਿੰਦਰ ਸਿੰਘ ਤੋਮਰ ਹੈ ਉਹ ਖੇਤੀਬਾੜੀ ਮੰਤਰੀ ਹੈ, ਲੀਡਰ ਉਹ ਹੋਣੇ ਚਾਹੀਦੇ, ਲੇਕਿਨ ਉਹ ਖੇਤੀਬਾੜੀ ਮੰਤਰੀ ਜ਼ਰੂਰ ਆ, ਹੱਥ ਪੱਲੇ ਉਹਨਾਂ ਦੇ ਕੱਖ ਵੀ ਨਹੀਂ। ਲੀਡਰ ਬਣਾਇਆ ਹੋਇਆ ਪੀਯੂਸ਼ ਗੋਇਲ। ਪੀਯੂਸ਼ ਗੋਇਲ ਜਿਹੜਾ ਹੈਗਾ, ਪੀਯੂਸ਼ ਗੋਇਲ ਦੇ ਕੋਲੇ ਕਈ ਮਹਿਕਮੇ, ਉਹ ਬੜਾ ਹਰਮਨ ਪਿਆਰਾ ਨਰਿੰਦਰ ਮੋਦੀ ਸਾਹਿਬ ਦਾ। ਹਰਮਨ ਪਿਆਰਾ ਇਸ ਕਰਕੇ ਵੀ ਹੈ ਕਿਉਂਕਿ ਪੀਯੂਸ਼ ਗੋਇਲ ਦਾ ਬਾਪ ਜੀ ਭਾਰਤੀ ਜਨਤਾ ਪਾਰਟੀ ਦਾ ਖਜ਼ਾਨਚੀ ਹੁੰਦਾ ਸੀ। ਅੱਛਾ, ਕਿਸੇ ਪਾਰਟੀ ਦਾ ਖਜ਼ਾਨਚੀ ਹੋਣਾ ਖਾਲਾ ਜੀ ਦਾ ਬਾੜਾ ਨਹੀਂ। ਜੇ ਆਪਾਂ ਖਜ਼ਾਨਚੀਆਂ ਦੀ ਗੱਲ ਕਰ ਲਈਏ ਤਾਂ ਮੋਤੀ ਲਾਲ ਵੋਹਰਾ ਕਾਂਗਰਸ ਦਾ ਖਜ਼ਾਨਾ ਮੰਤਰੀ ਹੁੰਦਾ ਸੀ, ਖਜ਼ਾਨਚੀ ਹੁੰਦਾ ਸੀ। ਖਜ਼ਾਨਚੀ ਨੇ ਹੀ ਪੈਸੇ ਦਾ ਪ੍ਰਬੰਧ ਕਰਨਾ। ਬਿਲਕੁਲ, ਤੁਹਾਡੇ ਧਿਆਨ 'ਚ ਹੋਊਗਾ ਬਹੁਤ ਸਾਲ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ, ਉਦੋਂ ਫੰਡਾਂ ਦੀ ਬੜੀ ਕਮੀ ਹੁੰਦੀ ਸੀ। ਬਿਲਕੁਲ ਜੀ, ਬਿਲਕੁਲ। ਤੇ ਫੰਡਾਂ ਦਾ ਪ੍ਰਬੰਧ ਕਰਨ ਵਾਸਤੇ ਫਿਰ ਇੱਕ ਵਿਅਕਤੀ ਨੇ ਜ਼ਿੰਮੇਵਾਰੀ ਚੁੱਕੀ ਸੀ, ਉਹਦਾ ਨਾਂ ਸੀ ਪ੍ਰਮੋਦ ਮਹਾਜਨ। ਬਿਲਕੁਲ, ਪ੍ਰਮੋਦ ਮਹਾਜਨ, ਕਿਉਂਕਿ ਉਹ ਮਹਾਰਾਸ਼ਟਰ ਨੂੰ ਬਿਲੋਂਗ ਕਰਦਾ ਸੀ ਔਰ ਕੈਪੀਟਲ ਜਿਹੜੀ ਹੈਗੀ ਹੈ ਉਹ ਮੁੰਬਈ ਹੈ। ਉਹ ਮੁੰਬਈ ਦਾ ਵਸਨੀਕ ਸੀ। ਕਾਰਪੋਰੇਟ ਘਰਾਣਿਆਂ ਦੇ ਸਾਰਿਆਂ ਦੇ ਹੀ ਦਫ਼ਤਰ ਵੱਡੇ ਉੱਥੇ ਉਹਨਾਂ ਦੇ ਨਾਲ ਉਹਦੇ ਲਿੰਕ ਸੀ। ਉਹਨਾਂ ਲਿੰਕਾਂ ਦੇ ਚੱਲਦਿਆਂ ਉਹਨੇ ਫਿਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ ਉਹਨਾਂ ਨਾਲ ਗੰਢ ਧੁੱਪ ਕਰਵਾਈ ਜੀ, ਔਰ ਉਸ ਗੰਢ ਧੁੱਪ ਦੇ ਵਿੱਚੋਂ ਸਾਰੇ ਪੈਸੇ ਦਾ ਇੰਤਜ਼ਾਮ ਉਹ ਕਰਦਾ ਹੁੰਦਾ ਸੀ। ਤੇ ਜੇ ਪ੍ਰਮੋਦ ਮਹਾਜਨ ਨੂੰ ਆਪਾਂ ਦੇਖੀਏ, ਪ੍ਰਧਾਨ ਮੰਤਰੀ ਆਪਣੇ ਅਟਲ ਬਿਹਾਰੀ ਵਾਜਪਾਈ ਸਾਹਿਬ ਹੁੰਦੇ ਸੀ ਜੀ, ਔਰ ਡਿਪਟੀ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ ਨੰਬਰ 2 ਦੇ ਅਡਵਾਨੀ ਸਾਹਿਬ। ਲੇਕਿਨ ਵਾਜਪਾਈ ਸਾਹਿਬ ਤੋਂ ਵੱਧ ਜੇ ਕਿਸੇ ਦੀ ਚੱਲਦੀ ਸੀ ਤਾਂ ਉਹ ਪ੍ਰਮੋਦ ਮਹਾਜਨ ਦੀ ਚੱਲਦੀ ਸੀ। ਇੱਥੇ ਵੀ ਹਾਲਤ ਇਹੀ ਹੈ। ਤੀਜੇ ਹੈਗੇ ਹੈ ਸੋਮ ਪ੍ਰਕਾਸ਼ ਵਿਚਾਰਾ ਸਟੇਟ ਮਿਨਿਸਟਰ ਹੈ ਜੀ। ਸੋਮ ਪ੍ਰਕਾਸ਼ ਬੜਾ ਸਾਊ ਬੰਦਾ ਹੈ। ਹੁਣ ਹਾਲਤ ਕੀ ਹੈ ਕਿ ਜਦੋਂ ਮੀਟਿੰਗ ਹੁੰਦੀ ਹੈ ਕਿਸਾਨਾਂ ਦੀ, ਜਿਹੜਾ ਪੀਯੂਸ਼ ਗੋਇਲ ਹੈ, ਕਿਉਂਕਿ ਧੌਣ 'ਚ ਕਿਲਾ ਹੈ ਕਿ ਮੈਂ ਸਾਬਕਾ ਖਜ਼ਾਨਚੀ ਦਾ ਮੁੰਡਾ ਔਰ ਪੈਸੇ ਦਾ ਪ੍ਰਬੰਧ ਕਰਕੇ ਦਿੰਦਾ ਮੇਰਾ ਬਾਪ, ਉਹ ਜਿਹੜਾ ਹੈਗਾ ਬੜਾ ਕੱਬਾ ਬੋਲਦਾ ਹੈ। ਗੱਲਬਾਤ ਜਿਹੜੀ ਕਰਨ ਦੀ ਜਿਹੜੀ ਹੈ ਤਹਿਜ਼ੀਬ ਹੈ, ਲਹਿਜ਼ਾ ਹੈ, ਉਹਦੇ ਤੋਂ ਪਾਸੇ ਜਾ ਕੇ ਉਹ ਡਿਕਟੇਟ ਕਰਦਾ ਹੈ। ਤੇ ਜੇ ਆਪਾਂ ਕਹੀਏ ਕਿਸਾਨਾਂ ਨਾਲ ਡਿਕਟੇਟ ਕਰਨ ਵਾਲੀ ਗੱਲ ਨਹੀਂ, ਹੋਰਾਂ ਥਾਵਾਂ ਤੇ ਵੀ ਉਹ ਡਿਕਟੇਟ ਕਰਦਾ। ਤੁਹਾਡੇ ਧਿਆਨ 'ਚ ਹੋਣਾ ਵੀ ਜਦੋਂ ਪੰਜਾਬ ਦੇ ਵਿੱਚ ਮਾਲ ਗੱਡੀਆਂ ਬੰਦ ਸੀ ਜੀ, ਕਿਉਂਕਿ ਇਹ ਕਮਰਸ ਮਿਨਿਸਟਰ ਤੋਂ ਇਲਾਵਾ ਰੇਲਵੇ ਵੀ ਹੈ,
ਇਹਦੇ ਕੋਲੇ ਉਹ ਦੂਸਰੀ ਕੀ ਹੈ ਤੁਹਾਡਾ ਉਹਦੇ ਵਾਲਾ ਮਹਿਕਮਾ ਵੀ ਸਾਰਾ ਆ ਗਿਆ ਆਪਣੇ ਦਾ ਕੰਜ਼ਿਊਮਰ ਅਫੇਅਰਸ ਪਾਸਵਾਨ ਵਾਲਾ ਮਹਿਕਮਾ ਆ ਗਿਆ ਸਾਰੇ ਇਹਦੇ ਕੋਲੇ ਆ ਇੰਪੋਰਟੈਂਟ ਮਹਿਕਮੇ ਇਹਦੇ ਕੋਲੇ ਹੈ। ਤਾਂ ਆਪਣੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਹੈ ਕਾਂਗਰਸ ਦੇ ਉਹਨਾਂ ਦੀ ਡਿਊਟੀ ਲਾਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਤੁਸੀਂ ਜਾਓ ਜਾ ਕੇ ਤੁਸੀਂ ਵਜ਼ੀਰ ਸਾਹਿਬ ਨੂੰ ਮਿਲੋ ਤੇ ਉਹਨਾਂ ਨੂੰ ਸਮਝਾਓ ਕਿ ਇਹਦੇ ਨਾਲ ਸਟੇਟ ਦਾ ਨੁਕਸਾਨ ਹੋ ਰਿਹਾ, ਮਾਲ ਗੱਡੀਆਂ ਖੋਲ ਦਿਓ। ਜੀ ਉਹ ਆਏ ਤੇ ਉੱਥੇ ਆ ਕੇ ਇਹ ਉਹਨਾਂ ਨਾਲ ਵੀ ਬੜੀ ਤਲਖ ਕਲਾਮੀ ਨਾਲ ਪੇਸ਼ ਹੋਇਆ ਸੀ ਤੇ ਉਸ ਤਲਖ ਕਲਾਮੀ ਦਾ ਨਤੀਜਾ ਇਹ ਹੋਇਆ ਸੀਗਾ ਕਿ ਬਿੱਟੂ ਹੁਣੀ 3-4 ਜਿਹੜੇ ਆ ਪਾਰਲੀਮੈਂਟ ਦੇ ਮੈਂਬਰ ਉਹ ਵਾਕਆਊਟ ਕਰਕੇ ਬਾਹਰ ਆ ਗਏ ਜੀ ਔਰ ਉਹਨਾਂ ਨੇ ਕਾਫੀ ਬੁਰਾ ਭਲਾ ਵੀ ਕਿਹਾ ਸੀ ਕਿ ਇਸ ਬੰਦੇ ਨੂੰ ਤਹਿਜ਼ੀਬ ਨਹੀਂ ਪਾਰਲੀਮੈਂਟ ਦੇ ਮੈਂਬਰਾਂ ਨਾਲ ਗੱਲ ਕਿਵੇਂ ਕਰਨੀ ਹੈ। ਇਹ ਤੋਂ ਪਹਿਲਾਂ ਉਹ ਜਿਹੜੀ ਹੈਗੀ ਆਪਾਂ ਦੇਖੀਏ ਜਿਹੜੀ ਆ ਹੋਣ ਵਾਲੀ ਮੀਟਿੰਗ ਹੈ, ਇਸ ਮੀਟਿੰਗ ਤੋਂ ਪਹਿਲਾਂ ਇੱਕ ਵਾਰੀ ਇਹ ਰਕੇਸ਼ ਟਕੈਤ ਨੂੰ ਵੀ ਯੂਪੀ ਦੇ ਕਿਸਾਨ ਆਗੂ ਨੂੰ ਵੀ ਪੁੱਠਾ ਸਿੱਧਾ ਬੋਲ ਪਿਆ ਸੀ। ਇਹਨੂੰ ਪੁੱਠਾ ਸਿੱਧਾ ਬੋਲਣ ਦੀ ਆਦਤ ਹੈ। ਅੱਜ ਦੀ ਮੀਟਿੰਗ ਦੇ ਵਿੱਚ ਵੀ ਜਿਹੜਾ ਅੜਿੱਕਾ ਸਭ ਤੋਂ ਪਹਿਲਾਂ ਅੜਿੱਕਾ ਪੈਦਾ ਹੋਇਆ ਹੈ ਲੰਚ ਬ੍ਰੇਕ ਤੋਂ ਪਹਿਲਾਂ, ਉਦੋਂ ਵੀ ਪਿਊਸ਼ ਗੋਇਲ ਨੇ ਕੋਈ ਇਹੋ ਜਿਹੀ ਗੱਲ ਕਹਿ ਦਿੱਤੀ ਕਿ ਜਿਹਦੇ ਤੋਂ ਮਾਹੌਲ ਉਤੇਜਿਤ ਹੋ ਗਿਆ ਸੀ। ਬਲਵੀਰ ਸਿੰਘ ਰਾਜੇਵਾਲ ਬੜੇ ਕੂਲ ਹੈਡਡ ਹੈ, ਛੇਤੀ ਕੀਤੇ ਬਲਵੀਰ ਸਿੰਘ ਰਾਜੇਵਾਲ ਕਿਸੇ ਨਾਲ ਮਤਲਬ ਤਲਖ ਕਲਾਮੀ ਨਾਲ ਪੇਸ਼ ਨਹੀਂ ਹੁੰਦੇ, ਲੇਕਿਨ ਅੱਜ ਉਹਨਾਂ ਨੂੰ ਵੀ ਆਪਣੇ ਤੇਵਰ ਤਿੱਖੇ ਕਰਨੇ ਪਏ ਤੇ ਨਤੀਜਾ ਕੀ ਹੋਇਆ ਕਿ ਫਿਰ ਇੱਕਦਮ ਜਦੋਂ ਇਹਨਾਂ ਦੇ ਕੋਲ ਸੰਕਟ ਪੈ ਜਾਂਦਾ ਨਾ, ਇੱਕ ਬਹੁਤ ਵਧੀਆ ਤਰੀਕਾਕਾਰ ਹੈ, ਜਦੋਂ ਸੰਕਟ ਪਾ ਦਿੰਦੇ ਉਦੋਂ ਮੀਟਿੰਗ ਬ੍ਰੇਕ ਕਰ ਦਿੰਦੇ, ਚਲੋ ਜੀ ਚਾਹ ਪੀ ਲਓ, ਟੀ ਬ੍ਰੇਕ ਹੋ ਗਈ, ਲੰਚ ਬ੍ਰੇਕ ਹੋ ਗਈ, ਬ੍ਰੇਕ ਵੀ ਚਲੋ ਥੋੜਾ। ਔਰ ਉਸ ਵੇਲੇ ਮੈਂ ਤਸਵੀਰਾਂ ਦੇਖ ਰਿਹਾ ਸੀ ਟੀਵੀ ਚੈਨਲਾਂ ਤੇ ਕਿ ਮਿਸਟਰ ਸੋਮ ਪ੍ਰਕਾਸ਼ ਜਿਹੜੇ ਰਾਜ ਮੰਤਰੀ ਹੈ, ਪੰਜਾਬੀ ਹੈ, ਹੁਸ਼ਿਆਰਪੁਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਹੈ। ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ, ਲੇਕਿਨ ਜਦੋਂ ਉਹ ਫਰੀਦਕੋਟ DC ਜਾਂ ADC ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਦੀ ਜਾਣਕਾਰੀ ਮਿਲਦੀ ਰਹੀ ਹੈ ਕਿ ਬੰਦੇ ਕਿਹੋ ਜਿਹੇ ਸੀ। ਇੱਕ ਬਿਊਰੋਕਰੇਟ ਹੁੰਦਿਆਂ ਬੰਦਾ ਤਰਕਸ਼ੀਲਤਾ ਦੇ ਵਿੱਚ ਜਿਹੜਾ ਹੈਗਾ ਦਿਲਚਸਪੀ ਰੱਖੇ, ਇਹ ਤਾਂ ਗੱਲ ਸਮਝ ਆਉਂਦੀ ਹੈ, ਲੇਕਿਨ ਤਰਕਸ਼ੀਲ ਸਰਗਰਮੀਆਂ 'ਚ ਭਾਗ ਲਵੇ ਉਹ ਵੱਖਰੀ ਗੱਲ ਹੈ। ਉਹਨਾਂ ਦਿਨਾਂ ਦੇ ਵਿੱਚ ਕ੍ਰਿਸ਼ਨ ਬਰਗਾੜੀ ਵਾਲਾ ਜੀ ਨੇ ਸਭ ਤੋਂ ਪਹਿਲਾਂ ਮਤਲਬ ਸਰੀਰ ਦਾਨ ਦੀ ਜਿਹੜੀ ਪ੍ਰਥਾ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਸੀ, ਉਹਦੀ ਸ਼ੁਰੂਆਤ ਕ੍ਰਿਸ਼ਨ ਬਰਗਾੜੀ ਨੇ ਕੀਤੀ ਸੀ। ਉਹਨੇ ਕਿਹਾ ਸੀ ਮੈਂ ਮੇਰਾ ਮਰਨ ਤੋਂ ਬਾਅਦ ਮੇਰਾ ਸਰੀਰ ਦਾਨ ਕਰ ਦਿਓ, ਤੇ ਉਹਨੂੰ ਕੈਂਸਰ ਸੀ ਤੇ ਉਹਦੇ ਸਰੀਰ ਦਾਨ ਕੀਤਾ ਗਿਆ ਸੀ। ਉਸ ਕ੍ਰਿਸ਼ਨ ਬਰਗਾੜੀ ਦੇ ਨਾਲ ਮਿਲ ਕੇ ਜਿਹੜਾ ਨੂੰ ਲੋਕ ਵਹਿਮਾਂ ਭਰਮਾਂ ਦੇ ਆਪਣੇ ਸ਼ਿਕਾਰ ਹੈ, ਉਹਨਾਂ ਦੇ ਮਾਮਲੇ ਦੇ ਵਿੱਚ ਵੀ ਇਹ ਬਹੁਤ ਦਿਲਚਸਪੀ ਲੈਂਦੇ ਹੁੰਦੇ ਸੀ, ਦੇਖਦੇ ਹੁੰਦੇ ਸੀ ਤਰਕਸ਼ੀਲ ਕਿਵੇਂ ਕਰਦੇ ਹੈ, ਲੋਕਾਂ ਨੂੰ ਕਿਵੇਂ ਸਮਝਾਉਂਦੇ ਆ, ਕੀ ਇਹਨਾਂ ਦੇ ਤਰਕ ਹੈ, ਇਸ ਕਿਸਮ ਦੇ ਵਿਅਕਤੀ ਹੈ। ਸੋ ਤਰਕ ਜਿਹੜਾ ਹੈਗਾ ਉਹਨਾਂ ਦੇ ਦਿਮਾਗ ਦਾ ਹਿੱਸਾ ਹੈ। ਅੱਜ ਵੀ ਮੈਂ ਦੇਖ ਰਿਹਾ ਸੀ ਕਿ ਜਦੋਂ ਗੱਲਬਾਤ ਥੋੜੀ ਟੁੱਟੀ, ਤਲਖ ਕਲਾਮੀ ਆਈ, ਤੇ ਉਸ ਵੇਲੇ ਉਹ ਜਿਹੜੇ ਲੰਚ ਕਰ ਰਹੇ ਸੀ ਕਿਸਾਨ ਉਹਨਾਂ ਕੋਲੇ ਆ ਗਏ। ਕਿਸਾਨਾਂ ਨੇ ਵੀ ਉਹਦੀ ਇੱਜ਼ਤ ਮਾਨ ਕੀਤੀ, ਉਹ ਸਾਹਮਣੇ ਖੜੇ ਹੈ, ਕਿਸਾਨਾਂ ਦੇ ਸਾਹਮਣੇ ਬੰਦਾ ਹੱਥ ਵੀ ਨਹੀਂ ਖੜਾ, ਮੰਤਰੀ ਹੈ, ਕੇਂਦਰ ਦਾ ਮੰਤਰੀ ਹੈ, ਕਿਸਾਨਾਂ ਮੂਹਰੇ ਹੱਥ ਆਪਾਂ ਇਹਨੂੰ ਨਿਬੇੜ ਲਈਏ ਮਤਲਬ ਉਹ ਗੱਲ ਕਰਦਾ ਹੈ। ਇੱਥੋਂ ਤੱਕ ਕਿ ਕਹਿੰਦੇ ਵੀ ਜਿਹੜੇ ਹੈਗੇ ਤੋਮਰ ਸਾਹਿਬ ਨੇ ਵੀ ਇਹ ਪੇਸ਼ਕਸ਼ ਕਰਤੀ ਸੀ ਕਿ ਜੇ ਸੁਪਰੀਮ ਕੋਰਟ ਦੀ ਕਮੇਟੀ ਤੁਹਾਨੂੰ ਮਨਜ਼ੂਰ ਨਹੀਂ, ਆਪਾਂ ਆਪਦੀ ਸਾਂਝੀ ਕਮੇਟੀ ਬਣਾ ਲੈਣੀ, ਆਪਾਂ ਹੀ ਬਣਾ ਲਈਏ, ਆਪਾਂ ਗੱਲ ਕਿਤੇ ਕਰ ਲਈਏ। ਪਰ ਗੱਲ ਕਿਉਂਕਿ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਕਮੇਟੀਆਂ ਚੋਂ ਨਿਕਲਦਾ ਕੱਖ ਨਹੀਂ। ਕਮੇਟੀ ਦਾ ਮਤਲਬ ਹੁੰਦਾ ਠੰਡੇ ਬਸਤੇ ਪਾ ਦੇ, ਕੇਰਾਂ ਕਮੇਟੀ ਦੇ ਵਿੱਚ ਪਾ ਕੇ ਕਹਿੰਦਾ ਚਲੋ ਜੀ ਠੀਕ ਹੈ। ਜਦੋਂ ਕਮੇਟੀਆਂ ਵਾਲੇ ਚੱਕਰ ਦੇ ਵਿੱਚ ਪੈ ਗਏ ਤਾਂ ਜਿਹੜਾ ਉੱਥੇ ਐਡਾ ਵੱਡਾ ਇੱਕ ਹਜ਼ੂਮ ਜੁੜਿਆ ਹੋਇਆ ਚਾਰਾਂ ਸਰਹੱਦਾਂ ਤੇ, ਉਹ ਨੈਚੁਰਲੀ ਇਹ ਥੋੜਾ ਬੰਦਾ ਖਿੜਨਾ ਆਪਣੇ ਹੋ ਜਾਂਦਾ, ਤੇ ਦੁਬਾਰਾ ਫਿਰ ਉਹਨੂੰ ਇਕੱਠਾ ਕਰਨਾ ਬਹੁਤ ਔਖਾ। ਮੈਂ ਸੁਣ ਰਿਹਾ ਸੀ ਕਿਸਾਨ ਆਗੂ ਦੀ ਗੱਲਬਾਤ, ਉਹ ਕਿਸਾਨ ਆਗੂ ਕਹਿੰਦਾ ਵੀ ਗੱਲ ਅਸਲ ਦੇ ਵਿੱਚ 26 ਤੇ ਹੈ। 26 ਤਾਰੀਖ ਜਿਹੜੀ ਇਹ ਹੈ, ਜੇ ਤਾਂ 26 ਤਾਰੀਖ ਤੋਂ ਪਹਿਲਾਂ ਸਰਕਾਰ ਝੁਕ ਜਾਂਦੀ ਹੈ ਤਾਂ ਫਿਰ ਤਾਂ ਹੈਗਾ, ਫਿਰ ਤਾਂ ਗੱਲ ਹੈਗੀ ਹੈ। ਨਹੀਂ 26 ਜਨਵਰੀ ਤੋਂ ਬਾਅਦ ਫਿਰ ਸਾਡੀ ਲੋਹੜੀ 26 ਜਨਵਰੀ ਤੇ 26 ਜਨਵਰੀ ਤੋਂ ਬਾਅਦ ਤਾਂ ਫਿਰ ਗੱਲ ਵਿਸਾਖੀ ਤੱਕ ਅਸੀਂ ਫਿਰ ਰਵਾਂਗੇ। ਔਰ ਅੱਜ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਮਿਲ ਰਹੀ ਹੈ ਦਾਨੇਵਾਲੀਆ ਸਾਹਿਬ ਸੂਤਰਾਂ ਤੋਂ ਕਿ 26 ਜਨਵਰੀ ਦੀ ਤਿਆਰੀ ਵਾਸਤੇ ਜਿਹੜਾ ਥੱਲੇ ਬੰਦੋਬਸਤ ਹੋ ਰਹੇ ਹੈ ਕਿ ਕੀ ਕੁਛ ਕਰ ਰਹੇ, ਕਹਿੰਦੇ ਘੱਟੋ ਘੱਟ ਦਿੱਲੀ ਦੇ ਆਲੇ ਦੁਆਲੇ 20 ਲੱਖ ਕਿਸਾਨ ਇਕੱਠੇ ਹੋਣਗੇ। ਦੱਸੋ, ਤੇ ਜਦੋਂ 20 ਲੱਖ ਕਿਸਾਨ ਇਕੱਠਾ ਹੋ ਗਿਆ ਫਿਰ ਕਰਨਗੇ ਕੀ? ਜੇ 20 ਲੱਖ ਨੇ ਕਹੇ ਤਾਂ ਸਾਰਿਆਂ ਪਾਸਿਆਂ ਤੋਂ ਕਿਸੇ ਦਿੱਲੀ 'ਚ ਦਾਖਲ ਹੋਣਾ ਤੇ ਰੋਕਣਗੇ, ਫਿਰ ਕੀ ਉਹਨਾਂ ਨੂੰ ਗੋਲੀਆਂ ਮਾਰਨਗੇ? ਤੇ ਜੇ ਗੋਲੀਆਂ ਮਾਰਨਗੇ ਤੇ ਇਹ ਦੇਸ਼ ਦੇ ਵਿੱਚ ਤਾਂ ਫਿਰ ਖਾਨਾ ਜੱਗੀ ਛਿੜ ਜਾਣੀ। ਇਹ ਹੁਣ ਇਹ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਤੇ ਨਿਰਭਰ ਹੈ ਕਿ ਭਾਰਤ ਨੂੰ ਭਾਰਤ ਰਹਿਣ ਦੇਣਾ ਹੈ ਕਿ ਭਾਰਤ ਨੂੰ ਉਹ ਸੈਕੰਡ ਵਰਲਡ ਵਾਰ ਵਾਲਾ ਜਰਮਨ ਬਣਾਉਣਾ। ਜਰਮਨ ਦੇ ਵਿੱਚ ਤੁਹਾਨੂੰ ਪਤਾ ਕੀ ਕੁਛ ਹੋਇਆ ਸੀ, ਕਿਵੇਂ ਲੋਕਾਂ ਨੂੰ ਗੈਸ ਚੈਂਬਰਾਂ ਦੇ ਵਿੱਚ ਸਿੱਟ ਕੇ ਮਾਰਿਆ ਗਿਆ ਸੀ। ਔਰ ਅੰਤ ਕੀ ਹੋਇਆ ਸੀ ਉਹਦਾ, ਉਸ ਜੰਗ ਦਾ ਅੰਤ ਕੀ ਹੋਇਆ ਸੀ ਕਿ ਜਰਮਨੀ ਦੇ ਡਿਕਟੇਟਰ ਨੂੰ ਆਪਣਾ ਜਦੋਂ ਦੇਖਿਆ ਸੀ ਕਿ ਨੇੜੇ ਆ ਗਿਆ ਕਾਲ, ਉਸ ਵੇਲੇ ਉਹਨੂੰ ਆਪਣੀ ਪ੍ਰੇਮਿਕਾ ਸਮੇਤ ਆਪਦੇ ਗੋਲੀ ਮਾਰ ਕੇ ਖੁਦਕੁਸ਼ੀ ਕਰਨੀ ਪਈ ਸੀ। ਅਸੀਂ ਨਹੀਂ ਚਾਹੁੰਦੇ ਕਿ ਸਾਡਾ ਦੇਸ਼ ਉਸ ਪਾਸੇ ਨੂੰ ਜਾਵੇ।
ਕੋਈ ਭਾਰਤੀ ਨਹੀਂ ਚਾਹੁੰਦਾ ਕਿ ਦੇਸ਼ ਉਸ ਪਾਸੇ ਨੂੰ ਜਾਵੇ। ਸੋ ਅੰਨਦਾਤੇ ਨੂੰ ਜਿਸ ਢੰਗ ਦੇ ਨਾਲ ਠਿੱਠ ਕੀਤਾ ਜਾ ਰਿਹਾ ਹੈ ਜੀ, ਅੰਨਦਾਤੇ ਨੂੰ ਜਿਸ ਢੰਗ ਦੇ ਨਾਲ ਜਲੀਲ ਕੀਤਾ ਜਾ ਰਿਹਾ ਉਹ ਜਲਾਲਤ ਜਿਹੜੀ ਹੈਗੀ ਹੈ, ਤੁਸੀਂ ਇਹ ਦੇਖੋ, ਹੈਰਾਨੀ ਇਸ ਗੱਲ ਦੀ ਹੈ। ਮੈਂ ਦੇਖ ਰਿਹਾ ਸੀ ਕਿ ਇੰਡੋਨੇਸ਼ੀਆ ਦਾ ਇੱਕ ਜਹਾਜ਼ ਹੈ ਜਿਹੜਾ ਉਹ ਕ੍ਰੈਸ਼ ਹੋ ਗਿਆ ਜੀ, 60 ਦੇ ਕਰੀਬ ਉਹ 'ਚ ਬੰਦੇ ਮਰ ਗਏ। ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਟਵੀਟ ਕੀਤਾ, ਇੰਡੋਨੇਸ਼ੀਆ ਦੀ ਸਰਕਾਰ ਨਾਲ ਜਿਹੜੇ ਮ੍ਰਿਤਕ ਹੈ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਸਾਨੂੰ ਵੀ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਹੈ, ਪਰ ਸਾਡੇ ਨਾਲ ਤਾਂ ਕਰ ਲਾ, ਕਿਉਂਕਿ ਉਹ ਲੋਕ ਜਿਹੜੇ ਹੈਗੇ ਹੈ ਉਹ ਮਨੁੱਖ ਹੈ। ਇੱਕ ਮਨੁੱਖ ਦਾ ਜਿਹੜਾ ਮਨੁੱਖ ਨਾਲ ਰਿਸ਼ਤਾ ਹੁੰਦਾ ਸਾਡਾ ਵੀ ਹੈ। ਲੇਕਿਨ ਅਫਸੋਸਨਾਕ ਪਹਿਲੂ ਇਹ ਹੈ, ਸਾਡੇ ਨਾਲ ਕਰੇ ਨਹੀਂ। ਜਿਹੜੇ ਹੁਣ ਤੱਕ ਸਾਡੇ 60 ਕਿਸਾਨ ਹੈ ਜਿਹੜੇ ਉਹ ਸ਼ਹੀਦ ਹੋ ਗਏ। 60 ਕਿਸਾਨ ਤਾਂ ਹੈਗੇ ਸਰਕਾਰੀ ਅੰਕੜਿਆਂ ਮੁਤਾਬਕ ਜੀ। ਲੇਕਿਨ ਮੈਂ ਦੇਖ ਰਿਹਾ ਸੀ NDTV ਦੇ ਉੱਤੇ ਰਵੀਸ਼ ਕੁਮਾਰ ਦਾ ਮੈਂ ਪ੍ਰੋਗਰਾਮ ਸੁਣ ਰਿਹਾ ਸੀ ਰਾਤੀ। ਰਵੀਸ਼ ਕੁਮਾਰ ਨੇ ਜਿਹੜੇ ਹੈਗੇ ਟੋਟਲ ਹਿਸਾਬ ਕਿਤਾਬ ਲਾਇਆ Day 1 ਤੋਂ ਜਿਹਦੇ ਤੋਂ ਅੰਦੋਲਨ ਸ਼ੁਰੂ ਹੋਇਆ, 120 ਕਿਸਾਨ ਮਰ ਗਏ। ਦੱਸੋ, ਜਦੋਂ 120 ਕਿਸਾਨਾਂ ਦੀ ਮੌਤ ਹੋ ਗਈ, ਸ਼ਹੀਦ ਹੋ ਗਏ, ਉਹਨਾਂ ਪ੍ਰਤੀ ਪ੍ਰਧਾਨ ਮੰਤਰੀ ਨੇ ਇੱਕ ਲਫ਼ਜ਼ ਨਹੀਂ ਕਿਹਾ ਅੱਜ ਤੱਕ। ਪ੍ਰਧਾਨ ਮੰਤਰੀ ਮਨ ਕੀ ਬਾਤ ਕਰਦੇ ਆ, ਕਦੇ ਕਿਸਾਨਾਂ ਦੀ ਬਾਤ ਵੀ ਕਰ ਲਓ, ਜਿਹੜੇ ਲੋਕ ਸ਼ਹੀਦ ਹੋਏ ਉਹਨਾਂ ਦੀ ਬਾਤ ਵੀ ਕਰ ਲਓ। ਔਰ ਜੇ ਪਿਛਲੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ ਸ਼ਹੀਦਾਂ ਨੂੰ, ਤਾਂ ਉਹ ਵੀ ਕਿਸਾਨਾਂ ਨੇ ਪਹਿਲ ਕਦਮੀ ਕੀਤੀ ਸੀ ਕਿ ਆਓ ਅਸੀਂ 2 ਮਿੰਟ ਦਾ ਮੌਨ ਧਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ। ਲੇਕਿਨ ਸੂਬਾ ਸਰਕਾਰ, ਸਾਡੀ ਸਰਕਾਰ ਤਾਂ ਚਲੋ ਜਿਹੜੇ ਮ੍ਰਿਤਕ ਲੋਕ ਜਿਹੜੇ ਸ਼ਹੀਦ ਹੁੰਦੇ ਹੈ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਈਆ ਦੇਣ ਲੱਗ ਗਏ। ਮੈਂ 2 ਦਿਨ ਪਹਿਲਾਂ ਇੱਕ ਨਿਊਜ਼ ਪੜ੍ਹੀ ਸੀਗੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਹੋਰਾਂ ਦੀ। ਉਹਨੇ ਕਿਹਾ ਕਿ ਅਸੀਂ ਇਹ ਫੈਸਲਾ ਵੀ ਕਰ ਲਿਆ ਕਿ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸੰਘਰਸ਼ ਕਿਸਾਨ ਸ਼ਹੀਦ ਹੁੰਦੇ ਹੈ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਵੀ ਦੇਵਾਂਗੇ ਜੀ, ਕਿਉਂਕਿ ਉਹ ਆਪਦੀ ਖਾਤਰ ਨਹੀਂ ਨਾ, ਉਹ ਲੋਕ ਆਪਦੀ ਖਾਤਰ ਨਹੀਂ ਮਰਦੇ, ਆਪਦੇ ਘਰ ਦੀ ਖਾਤਰ ਨਹੀਂ ਮਰਦੇ, ਹੁਣ ਤਾਂ ਕਮਿਊਨਿਟੀ ਦੀ ਖਾਤਰ ਮਰਦੇ। ਬਿਲਕੁਲ ਜੀ, ਭਾਈਚਾਰੇ ਦੀ ਖਾਤਰ ਮਰਦੇ, ਇਸ ਦੇਸ਼ ਦੇ ਵਸਨੀਕਾਂ ਦੀ ਖਾਤਰ ਜਿਹੜੇ ਹੈਗੇ ਹੈ। ਐਡੀਆਂ ਉਮਰਾਂ ਦੇ ਵਿੱਚ ਬਿਮਾਰ ਲੋਕ, ਕਰੋਨਾ ਵਰਗੀਆਂ ਬਿਮਾਰੀਆਂ ਫੈਲੀਆਂ, ਉੱਥੇ ਜਾਂਦੇ ਹੈ। ਔਰ ਇਸ ਹੱਡ ਚੀਰਵੀਂ ਠੰਡ ਦੇ ਵਿੱਚ ਜਦੋਂ ਨੰਗੇ ਪਿੰਡੇ ਨਹਾਉਣਾ ਪੈਂਦਾ ਹੈ, ਹੁਣ ਤਾਂ ਵਿਚਾਰਿਆਂ ਨੂੰ ਪ੍ਰੋਟੈਸਟ ਵੀ ਨੰਗੇ ਪਿੰਡੇ ਕਰਨੇ ਪੈਂਦੇ। ਬਿਲਕੁਲ। ਔਰ ਦਿੱਲੀ ਜਿੱਥੇ ਉਹ ਲੋਕ ਪ੍ਰੋਟੈਸਟ ਕਰਦੇ ਆ, ਪ੍ਰਧਾਨ ਮੰਤਰੀ ਦਾ ਨਿਵਾਸ ਉੱਥੋਂ ਬਹੁਤਾ ਦੂਰ ਨਹੀਂ। ਇੰਡੋਨੇਸ਼ੀਆ ਤਾਂ ਨੇੜੇ ਲੱਗ ਗਿਆ। ਲੇਕਿਨ ਪਰ ਮੈਂ ਇੱਥੇ ਵੀ ਗੱਲ ਕਹੂੰਗਾ ਦਾਨੇਵਾਲੀਆ ਸਾਹਿਬ ਕਿ ਸਾਡੇ ਦੇਸ਼ ਦੇ ਲਈ ਇਹ ਤੋਂ ਸ਼ਰਮਨਾਕ ਸਥਿਤੀ ਹੋਣੀ ਸੀ। ਕਿਸਾਨ ਅੰਦੋਲਨ ਦਾ ਨਤੀਜਾ ਹੈ, ਇਹ ਪਹਿਲੀ ਵਾਰ ਹੈ। ਹੁਣ ਤੁਸੀਂ ਦੇਖੋ 1966 ਤੋਂ ਬਾਅਦ, ਸ਼ਾਇਦ ਜੀ 1966 ਕਿ 1962 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਐਤਕੀ ਸਾਡੇ ਗਣਤੰਤਰਤਾ ਦਿਵਸ ਦੇ ਉੱਤੇ ਕੋਈ ਮੁੱਖ ਮਹਿਮਾਨ ਨਹੀਂ ਹੋਊਗਾ। ਨਹੀਂ, ਇੱਕ ਸੱਦ ਲਿਆ ਜੀ ਇਹਨਾਂ ਨੇ। ਨਹੀਂ ਜਵਾਬ ਉਹ ਵੀ ਨਹੀਂ, ਉਹ ਇੱਕ ਛੋਟੇ ਜਿਹੇ ਦੇਸ਼ ਦਾ ਛੋਟੇ ਜਿਹੜਾ ਛੱਡ ਗਿਆ ਉਹ ਵੀ ਮੁਲਤਵੀ ਹੋ ਗਿਆ। ਅੱਛਾ, ਉਹ ਵੀ ਮੁਲਤਵੀ ਹੋ ਗਿਆ ਕਿਉਂਕਿ ਉਹਦੇ ਵਿੱਚ ਫਿਰ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਦੀ ਵੀ ਬੇਇੱਜ਼ਤੀ ਹੁੰਦੀ ਹੈ। ਜੇ ਛੋਟੇ ਜਿਹੇ ਮੁਲਕ ਵਾਲੇ ਨੂੰ ਛੱਡਣ ਦੀ ਗੱਲ ਹੈ। ਮੈਂ ਅੱਜ ਹੀ ਸਵੇਰੇ ਦੇਖ ਰਿਹਾ ਸੀ ਨਿਊਜ਼, ਕਿਤੇ ਆ ਰਹੀ ਸੀ, ਕਿਸੇ ਏਜੰਸੀ ਦੀ ਨਿਊਜ਼ ਸੀਗੀ। ਅੱਛਾ, ਕਿ ਇਹ ਐਤਕੀ ਜਿਹੜਾ ਹੈਗਾ ਬਗੈਰ ਮੁੱਖ ਮਹਿਮਾਨ ਤੋਂ ਹੀ ਕੰਮ ਚੱਲੂਗਾ। ਕਿਉਂਕਿ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਤਾਂ ਬਹੁਤ ਵੱਡੀ ਗੱਲ ਹੈ, ਜਿਹੜੇ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ ਸੀ, ਤੇ ਜਿਹੜੇ ਸਾਡੇ ਦੇਸ਼ ਦੇ ਮਾਲਕ ਹੁੰਦੇ ਸੀ, ਅਸੀਂ ਕਦੇ ਉਹਨਾਂ ਦੇ ਗੁਲਾਮ ਹੁੰਦੇ ਸੀ। ਉਹਨੇ ਜੇ ਕਹਿਤਾ ਕਿ ਹਾਂਜੀ ਮੇਰੇ ਤਾਂ ਦੇਸ਼ ਦੇ ਵਿੱਚ ਕਰੋਨਾ ਤਾਂ ਹੋਰਾਂ ਦੇਸ਼ਾਂ 'ਚ ਵੀ ਹੈਗਾ, ਕਰੋਨਾ ਦੀ ਬਿਮਾਰੀ ਹੈ, ਲੇਕਿਨ ਜਿਹੜਾ 100 ਪਾਰਲੀਮੈਂਟ ਦੇ ਮੈਂਬਰਾਂ ਨੇ ਪ੍ਰੈਸ਼ਰ ਬਿਲਡ ਕੀਤਾ ਹੈ। ਇਹ ਤਾਂ ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਅੰਦਰੂਨੀ ਤੇ ਬੈਰੂਨੀ ਜੀ, ਅੰਦਰਲਾ ਤੇ ਬਾਹਰਲਾ ਦਬਾਅ ਹੈ, ਕੋਈ ਵੀ ਬੰਦਾ ਮਤਲਬ ਕਿਸਾਨ ਭਾਈਚਾਰੇ ਦੇ ਵਿਰੋਧ ਵਿੱਚ ਕੋਈ ਇੱਕ ਵੀ ਨਹੀਂ ਸਿਵਾਏ ਭਾਰਤੀ ਜਨਤਾ ਪਾਰਟੀ ਤੋਂ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਮ ਵਰਕਰ ਹੈ ਜੀ, ਆਮ ਵਰਕਰਾਂ ਦੀ ਵੀ ਹਮਦਰਦੀ ਕਿਸਾਨਾਂ ਨਾਲ ਹੈ। ਪਿਛਲੇ ਦਿਨਾਂ ਦੇ ਇੱਕ ਵੀਡੀਓ ਵਾਇਰਲ ਹੋਈ ਸੀ, ਸ਼ਾਇਦ ਤੁਹਾਡੇ ਧਿਆਨ 'ਚ ਆਈ ਹੋਵੇ, ਜਦੋਂ ਕੁਝ ਕਿਸਾਨ ਜਿਹੜੇ ਹੈਗੇ ਆ ਰਾਜਨਾਥ ਸਿੰਘ ਨੂੰ ਮਿਲਦੇ ਹੈ। ਉਹ ਰਾਜਨਾਥ ਸਿੰਘ ਨੂੰ ਕਹਿੰਦਾ, ਇੱਕ ਕਿਸਾਨ ਨੂੰ ਅਹਿਸਾਸ ਕਰਾਉਂਦਾ, ਕਹਿੰਦਾ ਰਾਜਨਾਥ ਸਿੰਘ ਜੀ ਹਮ ਏਕ ਮੰਜੀ ਪੇ ਸੋਤੇ ਰਹੇ, ਤੇਰੇ ਨਾਲ ਅਸੀਂ ਕੰਮ ਕਰਦੇ ਰਹੇ, ਕਿਰਪਾ ਕਰਕੇ ਬੇਨਤੀ ਕਰ ਲਓ 75-76% ਲੋਕ ਸਾਡੇ ਖਿਲਾਫ ਹੋ ਗਏ ਤੇ ਕੁਛ ਟੱਟ ਪੂੰਜ ਗਏ ਜਿਹੜੇ ਝੋਲੀ ਚੁੱਕਾ ਉਹ ਸਾਡੇ ਨਾਲ ਖੜੇ ਆ, ਬੱਲੇ ਕਰ ਰਹੇ। ਕਿਸਾਨ ਨੂੰ ਨਾਰਾਜ਼ ਕਰਕੇ ਤੁਸੀਂ ਰਾਜ ਭਾਗ ਨਹੀਂ ਕਰ ਸਕਦੇ, ਤੁਸੀਂ ਕਿਸਾਨਾਂ ਬਾਰੇ ਕੁਝ ਸੋਚੋ। ਤੇ ਉਹਦੇ ਨਾਲ ਹੀ ਫਿਰ ਇੱਕ ਵੀਡੀਓ ਹੋਰ ਚੱਲਦੀ ਸੀ, ਮੈਂ ਵੀਡੀਓ ਦੇਖੀ। ਇਹ ਉਹ ਟਾਈਮ ਹੈ ਜਦੋਂ ਕਿਸਾਨਾਂ ਨੇ ਸ਼ਾਇਦ 2012-13 ਦੇ ਵਿੱਚ ਇੱਕ ਪ੍ਰੋਟੈਸਟ ਕੀਤਾ ਸੀ ਦਿੱਲੀ ਦੇ ਵਿੱਚ ਜੀ, ਤੇ ਰਾਜਨਾਥ ਸਿੰਘ ਉਸ ਰੈਲੀ ਦੇ ਵਿੱਚ ਬੋਲਦਾ ਸੀ ਤੇ ਉਹ ਮਤਲਬ ਜਿਹੜਾ ਹੈਗਾ ਵਾਰ-ਵਾਰ ਮਿਹਣੇ ਦਿੰਦਾ ਸੀ, ਨਿਹੋਰੇ ਦਿੰਦਾ ਸੀਗਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਉਸ ਵੇਲੇ ਦੇ ਨੂੰ, ਕਿ ਤੁਸੀਂ ਘਰੇ ਬੈਠੇ ਹੋ, ਕਿੰਨੀ ਕੁ ਦੂਰ ਹੋ, ਤੁਹਾਡਾ ਪ੍ਰਾਈਮ ਮਿਨਿਸਟਰ ਆਫਿਸ ਕਿੰਨੀ ਕੁ ਦੂਰ ਹੈ, ਪਾਰਲੀਮੈਂਟ ਕਿੰਨੀ ਕੁ ਦੂਰ ਹੈ, ਕਿਸਾਨ ਨਹੀਂ ਦਿਖਦੇ। ਤੇ ਹੁਣ ਤਾਂ ਉਹ ਤਾਂ ਕਿਸਾਨ ਪ੍ਰੋਟੈਸਟ ਕਰਨ ਵਾਸਤੇ 1 ਦਿਨ ਆਏ ਸੀ, 2 ਦਿਨ ਆਏ ਸੀ, 4 ਦਿਨ ਆਏ ਸੀ, ਤੇ ਹੁਣ ਤਾਂ ਮਹੀਨਿਆਂ ਬੱਧੀ ਹੋ ਗਈ ਕਿਸਾਨਾਂ ਨੂੰ ਪ੍ਰੋਟੈਸਟ ਕਰਦਿਆਂ ਨੂੰ। 50 ਦਿਨ ਹੋ ਗਏ ਅੱਜ ਜੀ, 50 ਦਿਨਾਂ ਤਾਂ ਉੱਪਰਲਾ ਟਾਈਮ ਹੋ ਗਿਆ ਜਦੋਂ ਕਿਸਾਨ ਜਿਹੜੇ ਹੈ ਦਿੱਲੀ ਦੇ ਆਲੇ ਦੁਆਲੇ ਬੈਠੇ, ਪਰ ਕਿਸੇ ਕੋਲੇ ਕੋਈ ਟਾਈਮ ਨਹੀਂ। ਇਹ ਮੇਰਾ ਖਿਆਲ ਹੈ ਜੀ ਇਦੋਂ ਵੱਡੀ ਬਦਕਿਸਮਤੀ ਇਸ ਦੇਸ਼ ਦੀ ਕੋਈ ਹੋਰ ਹੋ ਨਹੀਂ ਸਕਦੀ ਜੀ। ਬਿਲਕੁਲ ਢਿੱਲੋਂ ਸਾਹਿਬ, ਪਰ ਬਦਕਿਸਮਤੀਆਂ ਨੇ
ਤੇ ਗੱਲ ਕਰੀਏ ਤਾਂ ਹੁਣ ਦੇਖੋ ਕਿਸਾਨ ਅੰਦੋਲਨ ਆ ਜਿਹੜਾ, ਉਹਦੀ ਸਰਕਾਰ ਹੁਣ ਉਹਨਾਂ ਦੇ ਜਿਹੜੇ ਮਦਦਗਾਰ ਨੇ ਉਹਨਾਂ ਦੀ ਘੇਰਾਬੰਦੀ ਕਰ ਰਹੀ ਹੈ, ਇਹੋ ਜਿਹੀਆਂ ਹਰਕਤਾਂ ਤੇ ਆ ਗਈ ਹੈ। ਦੇਖੋ ਕਈ ਚੀਜ਼ਾਂ ਹੁੰਦੀਆਂ ਦਾਨੇ ਵਾਲੀਆ ਸਾਹਿਬ। ਅਖਬਾਰ ਦੀ ਖਬਰ ਇਹ ਗੱਲ ਕਹਿੰਦੀ ਹੈ ਕਿ ਮਦਦਗਾਰਾਂ ਨੂੰ ਸਰਕਾਰ ਨੇ ਘੇਰਾ ਪਾ ਲਿਆ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਅੰਨੀ ਦੇਸ਼ ਭਗਤੀ ਦੀ ਬਹੁਤ ਵੱਡੀ ਸ਼ਿਕਾਰ ਹੈ ਭਾਰਤੀ ਜਨਤਾ ਪਾਰਟੀ, ਬਹੁਤ ਜ਼ਿਆਦਾ। ਔਰ ਹੈ ਕਿ ਨਹੀਂ ਉਹ ਵੱਖਰੀ ਗੱਲ। ਹਾਂ ਹੁਣ ਤੁਸੀਂ ਇਹ ਦੇਖੋ ਕਿ ਨਿੱਕੀ ਮੋਟੀ ਗੱਲ ਹੋ ਜੇ ਕੁਛ ਵੀ ਹੈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਦੇਸ਼ ਦੀਆਂ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਸੀ ਜਿਨ੍ਹਾਂ ਦਾ ਕੰਮ ਕੋਈ ਹੋਰ ਸੀ, ਉਹਨਾਂ ਨੂੰ ਹੋਰ ਪਾਸੇ ਲਾਉਣਾ ਸ਼ੁਰੂ ਕਰ ਦਿੱਤਾ। ਜੀ ED, CBI, ਵਿਜੀਲੈਂਸ ਕਮਿਸ਼ਨ, ਇਹ ਵਗੈਰਾ ਵਗੈਰਾ ਸੀ ਸਾਰੇ ਸੀ। ਜਿਹੜਾ ਇਹਨਾਂ ਦਾ ਕੰਮ ਸੀ ਉਸ ਕੰਮ ਤੋਂ ਹਟਾ ਕੇ ਇਹਨਾਂ ਨੂੰ ਹੋਰ ਪਾਸੇ ਲਾਤਾ। ਹੁਣ ਜੇ ਆਪਾਂ ਗੱਲ ਕਰੀਏ, ਸਾਡੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ NIA, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹੈ ਇਹ ਬਣਾਉਣੀ ਕਿਉਂ ਪਈ? ਕਿਉਂਕਿ ਜਦੋਂ ਬੰਬੇ ਦੇ ਵਿੱਚ ਬੰਬ ਧਮਾਕੇ ਹੋਏ ਹੈ, ਬੰਬੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਤਲੇਆਮ ਹੋਇਆ ਸੀ। ਜੀ ਉਹ ਕੀ ਉਹਦਾ ਨਾਂ ਸੀ? ਕਵਾਸ। ਹਾਂਜੀ, ਕਸਾਬ ਦੀ ਅਗਵਾਈ ਦੇ ਵਿੱਚ ਕੁਝ ਇੱਥੇ ਅੱਤਵਾਦੀ ਆਏ ਸੀ। ਉਹ ਅੱਤਵਾਦੀ ਪਾਕਿਸਤਾਨ ਦੇ ਟ੍ਰੇਨਡ ਕੀਤੇ ਸੀ, ਸਮੁੰਦਰ ਦੇ ਜ਼ਰੀਏ ਉਹਨਾਂ ਨੇ ਆ ਕੇ ਐਂਟਰੀ ਮਾਰੀ ਸੀ। ਹਾਂ, ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਕਤਲਾਮ ਮਚਾਇਆ ਸੀ। ਬੜਾ ਨੁਕਸਾਨ ਹੋਇਆ ਸੀ। ਦਿੱਲੀ ਤੋਂ ਫੋਰਸਸ ਭੇਜੀਆਂ ਤਾਂ ਜਾ ਕੇ ਉਹਨਾਂ ਨੂੰ ਕਾਬੂ ਕੀਤਾ, ਲੇਕਿਨ ਬਹੁਤ ਸਾਰੇ ਲੋਕ ਮਰ ਗਏ ਸੀ। ਸਾਡੇ ਜਾਂਬਾਜ਼ ਅਫਸਰ ਵੀ ਉਹਦੇ 'ਚ ਕਈ ਸ਼ਹੀਦ ਹੋ ਗਏ ਸੀ। ਉਦੋਂ ਮਹਿਸੂਸ ਕੀਤਾ ਗਿਆ ਕਿ ਜਿਹੜੀਆਂ ਇਸ ਕਿਸਮ ਦੀ ਅੱਤਵਾਦੀ ਘਟਨਾਵਾਂ ਹੈ, ਜਿਨ੍ਹਾਂ ਦੀਆਂ ਜੜ੍ਹਾਂ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਫੈਲੀਆਂ ਹੋਈਆਂ ਤੇ ਕਈ ਵਾਰੀ ਹੁੰਦੀ ਹੈ ਕਿ ਉਹਨਾਂ ਦੇ ਲਿੰਕ ਕੌਮਾਂਤਰੀ ਹੁੰਦੇ, ਉਹ ਕਿਸੇ ਇੱਕ ਸਟੇਟ ਦੀ ਪੁਲਿਸ ਦੇ ਵੱਸ ਦਾ ਰੋਗ ਨਹੀਂ ਹੁੰਦਾ ਕਿ ਮਾਮਲਾ ਇਨਵੈਸਟੀਗੇਟ ਕਰ ਲਿਆ ਜਾਵੇ। ਇਹਦੇ ਵਾਸਤੇ ਜ਼ਰੂਰੀ ਹੈ ਕਿ ਅਜਿਹੀ ਏਜੰਸੀ ਬਣਾਈ ਜਾਵੇ ਜਿਹਦਾ ਨੈਟਵਰਕ ਜਿਹੜਾ ਹੈਗਾ ਉਹ ਦੂਰ ਤੱਕ ਫੈਲਿਆ ਹੋਵੇ। ਉਹਦੇ ਦੂਜੇ ਦੇਸ਼ਾਂ ਦੀਆਂ ਜਿਹੜੀਆਂ ਹੈਗੀਆਂ ਫੋਰਸਸ, ਉਹਨਾਂ ਨਾਲ ਵੀ ਸੰਬੰਧ ਹੋਣ ਵਗੈਰਾ ਵਗੈਰਾ। ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਫੁਰਨਾ ਉਦੋਂ ਫੁਰਿਆ ਸੀ। ਇੱਕ ਐਕਟ ਦੇ ਰਾਹੀਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਬਣਾਈ ਗਈ। ਪਰ ਜਿਵੇਂ ਕਿ ਆਮ ਤੌਰ 'ਤੇ ਹੁੰਦਾ ਕਿ ਜਿਸ ਮਕਸਦ ਲਈ ਕੋਈ ਜਥੇਬੰਦੀ ਆਰਗੇਨਾਈਜੇਸ਼ਨ ਬਣਾਈ ਜਾਂਦੀ ਹੈ, ਬਾਅਦ ਦੇ ਵਿੱਚ ਉਸ ਮਕਸਦ ਦੀ ਬਜਾਏ ਇੱਕ ਕਿਸੇ ਪਾਸੇ ਨੂੰ ਹੋਰ ਹੀ ਤੁਰ ਜਾਂਦੀ ਹੈ। ਔਰ ਇੱਥੇ ਵੀ ਉਹੀ ਹੋਇਆ। ਹੁਣ ਕਿਸਾਨ ਅੰਦੋਲਨ ਚੱਲ ਰਿਹਾ। ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਇੱਕ ਕੇਸ ਰਜਿਸਟਰ ਕੀਤਾ ਹੈ। ਕੇਸ ਰਜਿਸਟਰ ਕੀਤਾ ਜੀ, ਇਹ ਦਸੰਬਰ ਦੇ ਮਹੀਨੇ 'ਚ ਹੀ ਕੀਤਾ ਹੈ। ਔਰ ਇਸ ਕੇਸ ਦੀ ਜਿਹੜੀ ਹੈਗੀ ਹੈ, ਜੇ ਆਪਾਂ ਦੇਖੀਏ ਧਰਾਵਾਂ ਕਿਹੜੀਆਂ 'ਚ ਕੀਤਾ ਹੈ, ਉਹ ਧਰਾਵਾਂ ਹੈਗੀਆਂ ਕਿ ਇਹਨਾਂ ਲੋਕਾਂ ਨੇ ਜਿਹੜਾ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਇਆ। ਉਹਦੇ ਤਹਿਤ ਜਿਹੜਾ ਹੈਗਾ ਇਹ ਹਾਂਜੀ ਤੇ ਜਦੋਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਹੁੰਦਾ ਹੈ, ਉਦੋਂ ਫਿਰ ਹੁੰਦਾ ਕੀ ਹੈ? ਉਹਨੂੰ ਅਸੀਂ ਕਹਿੰਦੇ ਹਾਂ ਦੇਸ਼ ਧਰੋਹੀ। 15 ਦਸੰਬਰ ਨੂੰ FIR ਦਰਜ ਕੀਤੀ ਹੈ ਤੇ FIR ਦੀਆਂ ਧਰਾਵਾਂ ਦੇਖੋ ਕਿੰਨੀਆਂ ਖਤਰਨਾਕ ਹੈ। 120B, 124A, 153A, 153V IPC ਦੀ। 124A, 153A ਇਹ ਸ਼ਾਇਦ ਬਾਕੀ ਭਾਰਤੀਆਂ ਨੂੰ ਨਹੀਂ ਪਤਾ, ਲੇਕਿਨ ਪੰਜਾਬ ਦੇ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ, ਕਿਉਂਕਿ ਸਾਡੇ ਲੋਕਾਂ ਦੇ ਉੱਤੇ ਇਹ ਕਾਲੇ ਦੌਰ ਦੇ ਵਿੱਚ ਲੱਗਦੀਆਂ ਰਹੀਆਂ। ਇਹਦੇ ਵਿੱਚ ਛੇਤੀ ਕਿਤੇ ਜ਼ਮਾਨਤਰੀ ਹੁੰਦੀ ਬੰਦੇ ਦੀ। ਔਰ ਇਹਦੇ ਨਾਲ ਹੀ ਜਿਹੜੀ ਹੈ ਜੀ, ਜਿਹੜਾ UAP ਐਕਟ ਹੈ ਜਿਹੜਾ, ਉਹਦੇ ਤਹਿਤ ਵੀ ਮੁਕੱਦਮਾ ਦਰਜ ਕੀਤਾ ਗਿਆ। 15 ਦਸੰਬਰ ਨੂੰ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ। ਔਰ ਹੁਣ ਇਸ ਮੁਕੱਦਮੇ ਦੇ ਸੰਬੰਧ ਵਿੱਚ CRPC ਦੀ ਇੱਕ ਧਾਰਾ ਹੁੰਦੀ ਹੈ, ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਧਾਰਾ ਹੁੰਦੀ ਹੈ 160। 160 ਧਾਰਾ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਅਜੇ ਤੱਕ ਕੇਸ ਰਜਿਸਟਰ ਨਹੀਂ ਕੀਤਾ ਜਾਂ ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ, FIR ਜਿਹੜੀ ਹੈਗੀ ਉਹ ਬਲਾਈਂਡ ਹੈ। ਤੇ ਜਿਨ੍ਹਾਂ ਲੋਕਾਂ ਤੇ ਸ਼ੱਕ ਹੁੰਦਾ ਉਹਨਾਂ ਨੂੰ ਸ਼ਾਮਲ ਤਫਤੀਸ਼ ਕਰਨ ਵਾਸਤੇ ਗ੍ਰਿਫਤਾਰੀ ਤੋਂ ਪਹਿਲਾਂ ਜਿਹੜੇ ਨੋਟਿਸ ਦਿੱਤੇ ਜਾਂਦੇ ਆ, ਸਮਨ ਕੱਢੇ ਜਾਂਦੇ ਆ, ਉਹ ਸਮਨ 160 ਦੇ ਤਹਿਤ ਕੱਢੇ ਜਾਂਦੇ। ਲਓ ਜੀ, ਹੁਣ ਸਮਨ ਕੱਢਤੇ ਤੇ ਜਿਹੜੇ ਸਮਨ ਕੱਢੇ ਹੈ, ਇੱਕ ਤਾਂ ਸਮਨ ਅੱਜ ਵਾਸਤੇ ਹੀ ਹੈ। ਅੱਜ ਵਾਲਾ ਸਮਨ ਜਿਸ ਬੰਦੇ ਨੂੰ ਕੱਢਿਆ ਉਹਦਾ ਨਾਂ ਹੈਗਾ ਜੀ ਆਪਣਾ ਤੁਹਾਡਾ ਮਿਸਟਰ ਚੱਜ।
ਇਹ ਝੱਜ ਸਾਹਿਬ ਹੈਗੇ। ਝੱਜ ਸਾਹਿਬ ਲੁਧਿਆਣੇ ਨੂੰ ਬਿਲੋਂਗ ਕਰਦੇ ਹੈ ਜੀ। ਬਹੁਤ ਵੱਡੇ ਮਤਲਬ ਜਿਹੜੇ ਹੈਗੇ ਆਪਾਂ ਕਹਿ ਸਕਦੇ ਹਾਂ ਟਰਾਂਸਪੋਰਟਰ ਹੈ। ਇਹਨਾਂ ਦਾ ਨਾਮ ਹੈ ਇੰਦਰਪਾਲ ਸਿੰਘ। ਅੱਛਾ ਜੀ। ਇੰਦਰਪਾਲ ਸਿੰਘ ਦਾ ਦੋਸ਼ ਕੀ ਹੈ? ਉਹ ਕਹਿੰਦੇ ਵੀ ਇਹਦੇ ਤੇਰੇ ਭਾਈ ਤੂੰ ਦੇਸ਼ ਧਰੋਹੀ ਕਾਰਵਾਈਆਂ ਕਰਦਾ ਹੈ, ਲੇਕਿਨ ਅਸਲ 'ਚ ਕਰ ਕੀ ਰਹੇ? ਇੰਦਰਪਾਲ ਸਿੰਘ ਝੱਜ ਨੇ ਕਿਸਾਨ ਅੰਦੋਲਨਕਾਰੀਆਂ ਨੂੰ ਆਪਣੀਆਂ ਬੱਸਾਂ ਪ੍ਰੋਵਾਈਡ ਕਰਤੀਆਂ। ਅੱਛਾ ਜੀ। ਕਿ ਲੁਧਿਆਣੇ ਤੋਂ ਡੇਲੀ ਬੱਸ ਜਾਊਗੀ, ਜਿਹਨੇ ਜਾਣਾ ਜਾਂਦੇ ਰਹੋ, ਤੇ ਉਧਰੋਂ ਬੱਸ ਮੁੜ ਕੇ ਆਊਗੀ। ਉਹਨੇ ਬੱਸ ਪ੍ਰੋਵਾਈਡ ਕਰਤੀ। 2 ਸੱਜਣ ਹੋਰ ਹੈ, ਉਹਨਾਂ ਦੇ ਵਿੱਚੋਂ ਇੱਕ ਦਾ ਨਾਂ ਜਿਹੜਾ ਹੈਗਾ ਜੀ ਨਰੇਸ਼ ਕੁਮਾਰ ਤੇ ਦੂਜੇ ਦਾ ਨਾਂ ਜਸਪਾਲ ਸਿੰਘ ਜੀ। ਉਹਨਾਂ ਦੋਨਾਂ ਨੇ ਡੀਜ਼ਲ ਦਾ ਖਰਚਾ ਚੁੱਕ ਲਿਆ ਕਿ ਜਿਹੜਾ ਤੇਲ ਪਾਣੀ ਆਊਗਾ ਅਸੀਂ ਇਹ ਪਾ ਲਾਂਗੇ। ਅੱਛਾ ਜੀ। ਹੁਣ ਉਹਨਾਂ ਨੂੰ ਦੇ ਦਿੱਤਾ ਨੋਟਿਸ ਵੀ ਆਓ ਜੀ, ਤੁਸੀਂ ਦੇਸ਼ ਧਰੋਹੀ ਕਾਰਵਾਈ 'ਚ ਲੱਗੇ ਵੀ ਹੋ। ਅੱਛਾ ਜੀ। ਤੇ ਤੁਸੀਂ ਆ ਕੇ ਆਪਣੇ ਹੁਣ ਬਿਆਨ ਦਰਜ ਕਰਾਓ। ਮੇਰਾ ਖਿਆਲ ਹੈ ਵਿਚਾਰੇ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਦਫ਼ਤਰ ਦੇ ਵਿੱਚ ਮੇਰਾ ਖਿਆਲ ਜਾਂ ਤਾਂ ਬੈਠੇ ਹੋਣਗੇ ਜਾਂ ਤੁਸੀਂ ਵਿਹਲੇ ਕਰਤੇ ਹੋਣਗੇ। ਹਾਂ, ਉਹ ਮਤਲਬ ਜਿਹੜਾ ਅੱਜ ਉਹਨਾਂ ਨੂੰ ਬੁਲਾਇਆ ਸੀ। ਤੇ ਅਗਲੀ ਤਾਰੀਖ ਜਿਹੜੀ ਹੈਗੀ ਹੈ ਜੀ, ਉਹ ਤਾਰੀਖ ਹਜੇ ਆਉਣੀ ਹੈ। ਤੇ ਉਸ ਤਾਰੀਖ ਦਾ ਹੈਗਾ ਜਿਹੜੀ ਆਪਾਂ ਦੇਖੀਏ ਕੀ ਹੈ, ਉਹਦੇ ਵਿੱਚ ਬੁਲਾਇਆ ਹੈ 19 ਜਨਵਰੀ। 19 ਜਨਵਰੀ। ਅੱਛਾ। 19 ਜਨਵਰੀ ਨੂੰ ਬੁਲਾਇਆ ਬਲਤੇਜ ਸਿੰਘ ਪੰਨੂ ਨੂੰ, ਆਪਣੇ ਪੱਤਰਕਾਰ ਨੂੰ ਵੀ ਤੂੰ ਵੀ ਆ ਜਾ। ਅੱਛਾ ਜੀ। ਤੇ ਮੇਰਾ ਖਿਆਲ ਹੈ ਸ਼ਾਇਦ ਇਹ ਤੋਂ ਬਾਅਦ ਤੁਹਾਨੂੰ ਨਾ ਆ ਜਾਊਗਾ ਅੱਜ ਸਮਝ ਮੈਨੂੰ ਲੱਗਦੀ ਆਜੂ, ਕਿਉਂਕਿ ਬਲਤੇਜ ਪੰਨੂ ਦਾ ਗੁਨਾਹ ਵੀ ਉਹੀ ਹੈ ਜਿਹੜਾ ਸਵਰਨ ਸਿੰਘ ਦਾਨੇਵਾਲੀ ਦਾ ਰੇਡੀਓ ਪੰਜਾਬ ਟੂਡੇ ਦਾ। ਬਲਤੇਜ ਪੰਨੂ ਨੇ ਇਧਰ ਵੀ ਜਿਹੜਾ ਹੈਗਾ ਪੰਜਾਬ ਨੂੰ ਵੀ ਕਵਰ ਕੀਤਾ ਜੀ। ਤੇ ਉਹਨੇ ਪੰਜਾਬ ਤੋਂ ਜਿਹੜੇ ਆਊਟਰ ਪੰਜਾਬ ਵਾਲੇ ਜਿਹੜੇ ਹੈਗੇ, ਜਿਵੇਂ ਤੁਹਾਡੇ ਉਹ ਸ਼ਾਹਜਹਾਂਪੁਰ ਵਾਲਾ ਬਾਰਡਰ ਹੈ ਤੇ ਦੂਜਾ ਤੁਹਾਡਾ ਗਾਜ਼ੀਆਬਾਦ ਵਾਲਾ ਬਾਰਡਰ ਹੈ, ਉਹਨਾਂ ਬਾਰਡਰਾਂ ਦੇ ਉੱਤੇ ਜਾ ਕੇ ਵੀ ਉਹਨੇ ਕਵਰ ਕੀਤਾ ਹੈ। ਉਹਨਾਂ ਨੂੰ ਵੀ ਨੋਟਿਸ ਦਿੱਤੇ। ਇਹ ਤੋਂ ਪਹਿਲਾਂ ਇੱਕ ਹੋਰ ਹੈਗੇ ਹੈ ਬਲਵਿੰਦਰ ਸਿੰਘ ਪੱਖੋਕੇ ਜੀ। ਹਾਂ, ਉਹਨਾਂ ਨੂੰ ਵੀ ਆ ਗਿਆ। ਉਹ ਬਲਵਿੰਦਰ ਸਿੰਘ ਪੱਖੋਕੇ ਉਹ ਤਾਂ ਜਾਇਆ ਜੀ, ਤਰੀਕ ਭੁਗਤਿਆ। ਅੱਛਾ। ਉਹ 8 ਜਨਵਰੀ ਨੂੰ ਤਰੀਕ ਭੁਗਤਾਇਆ ਹੈ। ਉਹਨਾਂ ਦਾ ਮਤਲਬ ਕੀ ਕੱਢਿਆ ਜਾਵੇ ਵੀ ਜੇ ਬੰਦੇ ਦੇਸ਼ ਧਰੋਹੀ ਸੀ ਤੇ ਦੇਸ਼ ਧਰੋਹੀ ਤਾਂ ਫਿਰ ਤੇ ਕਾਫੀ ਸਮੇਂ ਦੇ ਵਿੱਚ ਬੈਠੇ ਸੀ। ਇਹਨਾਂ ਨੂੰ ਪਹਿਲਾਂ ਕਿਉਂ ਨਹੀਂ ਨੋਟਿਸ ਕੱਢੇ ਗਏ? ਹਾਂਜੀ। ਜਾਂ ਜਦੋਂ ਕਿਸਾਨ ਅੰਦੋਲਨ ਬੰਦ ਹੋ ਗਿਆ ਉਸ ਤੋਂ ਬਾਅਦ ਕਿਉਂ ਨਹੀਂ ਕੱਢਿਆ ਗਿਆ? ਕਿਸਾਨ ਅੰਦੋਲਨ ਦੇ ਅੰਦਰ ਹੀ ਕਿਉਂ? ਇੱਥੇ ਫਿਰ ਉਹੀ ਆ ਗਿਆ ਪਿੰਜਰੇ ਦੇ ਤੋਤਾ। ਅੱਗੇ ਤੱਕ CBI ਸੀ ਪਿੰਜਰੇ ਦਾ ਤੋਤਾ। ਹੁਣ ਤਾਂ ਇਹ ਲੱਗਦਾ ਕਿ ਸਾਰੀਆਂ ਕੇਂਦਰੀ ਏਜੰਸੀਆਂ ਹੀ ਜਿਹੜੀਆਂ ਹੈਗੀਆਂ ਪਿੰਜਰੇ ਦੇ ਤੋਤਾ ਹੈ। ਤੁਹਾਡੇ ਯਾਦ ਹੋਣਾ ਇੱਕ ਵਾਰੀ ਜਦੋਂ ਆਪਣੇ ਜਿਹੜੇ ਪਿੱਛੇ ਜੇ ਮਰੇ ਹੈ ਇੰਦਰਾ ਗਾਂਧੀ ਸੋਨੀਆ ਗਾਂਧੀ ਦੇ ਐਡਵਾਈਜ਼ਰ ਅਹਿਮਦ ਪਟੇਲ। ਹਾਂਜੀ। ਅਹਿਮਦ ਪਟੇਲ ਸਾਹਿਬ ਖੜੇ ਹੋਏ ਸੀ ਰਾਜ ਸਭਾ ਦੀ ਸੀਟ ਵਾਸਤੇ ਜੀ, ਗੁਜਰਾਤ ਦੇ ਵਿੱਚ, ਔਰ ਉਹਨਾਂ ਦੇ ਕੋਲ ਇੰਨੀਆਂ ਕੁ ਵੋਟਾਂ ਸੀ ਕਿ ਉਹਨਾਂ ਨੇ ਜਿੱਤ ਜਾਣਾ ਸੀ। ਲੇਕਿਨ ਅਮਿਤ ਸ਼ਾਹ ਨਹੀਂ ਸੀ ਚਾਹੁੰਦਾ ਕਿ ਉਹ ਬੰਦਾ ਮਤਲਬ ਜਿਹੜਾ ਮੁੜ ਕੇ ਰਾਜ ਸਭਾ 'ਚ ਪਹੁੰਚੇ ਜੀ। ਸੋਨੀਆ ਦਾ ਐਡਵਾਈਜ਼ਰ ਸੀ। ਅਮਿਤ ਸ਼ਾਹ ਨੇ ਪੂਰਾ ਜ਼ੋਰ ਲਾਤਾ ਕਿ ਇਹਨੂੰ ਹਟਾਉਣਾ ਹੈ ਜੀ। ਤੇ ਕਰਨਾਟਕਾ ਦਾ ਇੱਕ ਜਿਹੜਾ ਹੈਗਾ ਕਾਂਗਰਸ ਪਾਰਟੀ ਦਾ ਬੜਾ ਵੱਡਾ ਲੀਡਰ ਹੈ, ਉਹ ਲੀਡਰ ਜਿਹੜਾ ਹੈਗਾ ਸਮਰੱਥ ਵੀ ਹੈ, ਪੈਸੇ ਧੇਲੇ ਦੀ ਵੀ ਕਮੀ ਕੋਈ ਨਹੀਂ ਸੀ ਉਹਦੇ ਕੋਲੇ। ਉਹਦੇ ਕੋਲੇ ਵੱਡੇ ਵੱਡੇ ਰਿਜ਼ੋਰਟ ਵੀ ਸੀ ਆਪਦੇ। ਉਹਦੀ ਡਿਊਟੀ ਲਾਤੀ ਕਿ ਭਾਈ ਜਿਹੜੇ ਆ ਗੁਜਰਾਤ ਵਾਲੇ MLA ਇਹਨਾਂ ਨੂੰ ਤੂੰ ਸੰਭਾਲ। ਤੇ ਉਹਨਾਂ ਨੇ ਗੁਜਰਾਤ ਦੇ MLA 'ਚ ਹਵਾਈ ਜਹਾਜ਼ ਸਾਰੇ ਤੇ ਕਰਨਾਟਕਾ ਭੇਜਤੇ ਜੀ। ਉਸ ਬੰਦੇ ਨੇ ਆਪਣੇ ਜਿਹੜਾ ਹੈਗਾ ਰਿਜ਼ੋਰਟ ਦੇ ਵਿੱਚ ਉਹਨਾਂ ਨੂੰ ਰੱਖ ਲਿਆ, ਉਹਨਾਂ ਦਾ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ। ਤੇ ਨਾਲ ਦੀ ਨਾਲ ਹੀ ਜੀ ਫਿਰ ਇਨਕਮ ਟੈਕਸ ਵਾਲੇ ਤੇ ED ਵਾਲੇ ਪਹੁੰਚ ਗਏ। ਉਧਰੋਂ ਤਾਂ MLA ਉੱਥੇ ਬੈਠੇ ਤੇ ਨਾਲ ਉਹਨੇ ਤਲਾਸ਼ੀਆਂ ਸ਼ੁਰੂ ਕਰਤੀਆਂ, ਹਿਸਾਬ ਕਿਤਾਬ ਦੇਖਣਾ ਸ਼ੁਰੂ ਕਰਤਾ ਜੀ। ਉਹ ਤੋਂ ਅੱਗੇ ਨਾ ਪਿੱਛੇ ਚਲੋ, ਉਹ ਕਹਿੰਦਾ ਕੋਈ ਗੱਲ ਨਹੀਂ ਜੀ, ਕਰੋ ਸਾਰਾ ਕੁਛ ਕਰੋ, ਪਰ ਮੈਂ ਨਹੀਂ, ਮੈਂ ਹਲੂੰਗਾ ਨਹੀਂ, ਮੈਂ ਥਿੜਕੂੰਗਾ ਨਹੀਂ, ਜੋ ਮਰਜ਼ੀ ਹੈ ਕਰ ਲਓ। ਨਤੀਜਾ ਇਹ ਹੋਇਆ ਕਿ ਫਿਰ ਜਿਹੜੀ ਪੋਲਿੰਗ ਹੋਈ, ਪੋਲਿੰਗ ਦੇ ਵਿੱਚੋਂ ਜਿੱਤ ਗਿਆ ਜੀ ਅਹਿਮਦ ਪਟੇਲ। ਤੇ ਅਹਿਮਦ ਪਟੇਲ ਦੇ ਜਿੱਤਣ ਦਾ ਨਤੀਜਾ ਜਿਹੜਾ ਹੈਗਾ ਖਮਿਆਜ਼ਾ ਕਿਹਨੂੰ ਭੁਗਤਣਾ ਪਿਆ ਜੀ? ਉਹ KD ਸ਼ਿਵਾ ਕੁਮਾਰ ਹੈ ਮੇਰਾ ਖਿਆਲ, ਕੁਛ ਇਹ ਜਿਹਾ ਨਾ ਜੀ ਉਹਦਾ, ਕਰਨਾਟਕਾ ਦੇ ਲੀਡਰ ਦਾ। ਅੱਛਾ ਜੀ। ਉਹਨੂੰ ਫੜ ਕੇ ਅੰਦਰ ਸਿੱਟਿਆ ਜੀ ਫਿਰ ED ਵਾਲਿਆਂ ਨੇ। 10-15 ਦਿਨ ਉਹਦੇ ਵਿਚਾਰੇ ਦੇ ਲਵਾਏ ਅੰਦਰ। ਮਤਲਬ ਉਹ ਹਾਲਤ ਬਣੀ ਹੋਈ ਹੈ ਹੁਣ ਕਿ ਇਸ ਵੇਲੇ ਜਿਵੇਂ ਹੁਣ ਤੁਹਾਡੇ ਵਾਲਾ ਸੀ ਮਹਾਰਾਸ਼ਟਰ ਵਾਲਾ ਕੇਸ ਸੀਗਾ ਸੁਸ਼ਾਂਤ ਸਿੰਘ ਰਾਜਪੂਤ ਵਾਲਾ ਜੀ, CBI ਨੂੰ ਕੇਸ ਦਿੱਤਾ ਜੀ, CBI ਦੇ ਹੱਥ ਪੱਲੇ ਨਹੀਂ। ਫਿਰ ਕਹਿੰਦੇ ਜੀ ਚੰਗਾ ਆ ਨਾਰਕੋਟਿਕ ਬਿਊਰੋ ਵਾਲੇ ਭੇਜ ਦਿਓ ਜੀ, ED ਵਾਲੇ ਭੇਜ ਦਿਓ ਜੀ, ਸਾਰੇ ਭੇਜ ਦਿਓ। ਹੋਰ ਕੁਛ ਨਹੀਂ ਹੋਇਆ। ਜਵਾਕੜੀ ਕੁੜੀ ਜਿਹੜੀ ਸੀਗੀ ਉਹਦੀ ਗਰਲਫ੍ਰੈਂਡ ਜੀ ਰੀਆ ਚੱਕਰਵਰਤੀ ਤੇ ਵੀ ਚੰਗਾ ਜੀ ਨਸ਼ੇ ਪੱਤੇ ਦਾ ਕੰਮ ਹੀ ਪਾ ਦਿਓ। ਨਸ਼ਾ ਪੱਤੇ ਦਾ ਕੰਮ ਉਹਦੇ ਤੇ ਪਾਤਾ, ਉਹਦੇ ਭਰਾ ਤੇ ਪਾਤਾ। ਉਹ ਜਿਹੜਾ ਹੈਗਾ ਮੁੰਡਾ ਮਰਨ ਵਾਲਾ ਮਰ ਗਿਆ, ਦੀਨੋ ਬੇਦੀਨ ਹੋ ਗਏ। ਟੱਬਰ ਜਿਹੜਾ ਹੁਣ ਸੜਕਾਂ ਤੇ ਉਹ ਜਿਹੜਾ ਹੈਗਾ ਮਕਾਨ ਕਿਰਾਏ ਦੇ ਭਾਲਦਾ ਫਿਰਦਾ, ਉਹਨਾਂ ਨੂੰ ਕਿਤੇ ਕਿਰਾਏ ਤੇ ਮਕਾਨ ਨਹੀਂ ਮਿਲ ਰਿਹਾ। ਮਤਲਬ ਆਹ ਹਾਲਤ ਬਣੀ ਵੀ ਹੈ ਸਾਡੇ ਦੇਸ਼ ਦੀਆਂ ਜਿਹੜੀਆਂ ਏਜੰਸੀਆਂ ਦੀ। ਸਰਕਾਰ ਨੇ ਕਿਵੇਂ ਬਣਾਈ ਹੈ ਕਿ ਜਿਹੜਾ ਬੰਦਾ ਸੰਘਰਸ਼ੀ ਲੋਕਾਂ ਦੇ ਨਾਲ ਕੋਈ ਮਾੜੀ ਮੋਟੀ ਹਮਦਰਦੀ ਪ੍ਰਗਟ ਕਰਦਾ ਹੈ, ਜਿਹੜੇ ਲੋਕ ਮਤਲਬ ਥੋੜੀ ਬਹੁਤੀ ਸਰਕਾਰ ਦੇ ਨਾਲ ਅਸਹਿਮਤੀ ਪ੍ਰਗਟ ਕਰਦੇ ਤੇ ਉਹਨਾਂ ਨੂੰ ਫਿਰ ਕਾਬੂ ਕਰਨ ਵਾਸਤੇ ਭੇਜ ਦਿੰਦੇ ਆ ਜੀ, ਲਿਆਓ ਫੜ ਕੇ। ਆਹ ਕੁਛ ਹੋ ਰਿਹਾ ਨਹੀਂ ਦੱਸੋ। ਤੇ ਹੁਣ ਫਿਰ ਭੁਪਿੰਦਰ ਸਿੰਘ ਮਾਨ ਹੋਰਾਂ ਨੇ ਫਿਰ ਕਿਉਂ ਜਿਹੜਾ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ? ਦੇਖੋ ਭੁਪਿੰਦਰ ਸਿੰਘ ਮਾਨ ਨੇ, ਜੇ ਆਪਾਂ ਭੁਪਿੰਦਰ ਸਿੰਘ ਮਾਨ ਹੋਰਾਂ ਨੂੰ ਦੇਖੀਏ, ਜਦੋਂ 3 ਕਾਨੂੰਨ ਬਣੇ ਜੀ
3 ਕਾਨੂੰਨਾਂ ਦੇ ਹੱਕ ਵਿੱਚ ਜਿਹੜੇ ਬੰਦੇ ਭੁਗਤੇ ਸੀ ਜਾਂ ਤਾਂ ਬੜੇ ਲੰਬੇ ਸਮੇਂ ਤੋਂ ਜਿਹੜੇ ਇਹ ਲੋਕ 4 ਮੈਂਬਰ ਕਮੇਟੀ 'ਚ ਪਾਏ ਹੋਏ ਹੈ ਜੀ, ਇਹਨਾਂ ਦੇ ਵਿੱਚੋਂ 2 ਤਾਂ ਉਹ ਹੈ ਜਿਹੜੇ ਆਪਣੇ ਆਪ ਨੂੰ ਐਕਸਪਰਟ ਹੈ, ਇੱਕ ਇਕਨੋਮਿਕ ਐਕਸਪਰਟ ਹੈ, ਇੱਕ ਐਗਰੀਕਲਚਰ ਐਕਸਪਰਟ ਹੈ। ਤੇ ਜਿਹੜਾ ਇਕਨੋਮਿਕ ਐਕਸਪਰਟ ਹੈ ਉਹ ਵੀ ਐਗਰੀਕਲਚਰ ਨਾਲ ਰਿਲੇਟਡ ਹੈ। ਉਹਨਾਂ ਦੋਨਾਂ ਨੇ ਬਹੁਤ ਪਹਿਲਾਂ ਹੀ ਆਰਟੀਕਲ ਲਿਖਣੇ ਸ਼ੁਰੂ ਕਰ ਦਿੱਤੇ ਸੀ ਜੀ ਇਸ ਕਿਸਮ ਦਾ ਸਿਸਟਮ ਚਾਹੀਦਾ ਜੀ। ਤੇ ਸੰਭਾਵਨਾ ਵਾ ਇਹ ਵੀ ਮੌਜੂਦ ਹੈ ਕਿ ਸ਼ਾਇਦ ਜਿਹੜੇ 3 ਕਾਨੂੰਨ ਬਣੇ ਉਹਨਾਂ ਕਾਨੂੰਨਾਂ ਨੂੰ ਬਣਾਉਣ ਵਿੱਚ ਵੀ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਹੋਵੇ ਜੀ। ਤੇ ਜਦੋਂ ਇਹ ਕਾਨੂੰਨ ਬਣ ਗਏ ਤੇ ਫਿਰ ਉਹਨਾਂ ਕਾਨੂੰਨਾਂ ਦੀ ਹਮਾਇਤ ਕੀਤੀ। ਸ਼ੇਤਕਾਰੀ ਸੰਗਠਨ ਦੇ ਪ੍ਰਧਾਨ ਆ ਮਹਾਰਾਸ਼ਟਰ ਦੇ ਜੀ, ਉਹਨਾਂ ਨੇ ਉੱਥੇ ਮੁਜ਼ਾਹਰੇ ਵੀ ਜਥੇਬੰਦ ਕੀਤੇ ਸੀ ਕਾਨੂੰਨਾਂ ਦੇ ਹੱਕ ਵਿੱਚ। ਤੇ ਪੰਜਾਬ ਦੇ ਵਿੱਚੋਂ ਜਿਹੜੇ ਹੈਗੇ ਆ ਭੁਪਿੰਦਰ ਸਿੰਘ ਮਾਨ ਜੀ। ਭੁਪਿੰਦਰ ਸਿੰਘ ਮਾਨ ਅੱਜ ਤਾਂ ਆਪਾਂ ਨੂੰ ਜਿਹੜੇ ਅੱਜ ਵਾਲੀ ਪੀੜ੍ਹੀ ਨੂੰ ਤਾਂ ਜਿਹੜੇ ਅੱਜ ਮੌਜੂਦਾ ਨਵੇਂ ਨੌਜਵਾਨ ਮੁੰਡੇ ਆ ਉਹਨਾਂ ਨੂੰ ਤਾਂ ਇਹ ਲੱਗਦਾ ਕਿ ਨਾ ਜਾਂ ਲੱਲਾ ਜਾਂ ਕਿੱਥੋਂ ਆ ਗਿਆ, ਇਹ ਕਦੇ ਸੁਣਿਆ ਤਾਂ ਹੈ ਨਹੀਂ। ਲੇਕਿਨ 1966 ਦੇ ਵਿੱਚ ਜਦੋਂ ਮੌਜੂਦਾ ਪੰਜਾਬੀ ਸੂਬਾ ਬਣਨ ਤੋਂ ਬਾਅਦ ਮੌਜੂਦਾ ਪੰਜਾਬ ਬਣੇ ਜੀ, ਉਦੋਂ ਜਿਹੜੀ ਇੱਥੇ ਆਰਗੇਨਾਈਜੇਸ਼ਨ ਬਣੀ ਸੀ ਕਿਸਾਨ ਆਰਗੇਨਾਈਜੇਸ਼ਨ ਜੀ ਜੀ, ਉਹ ਆਰਗੇਨਾਈਜੇਸ਼ਨ ਬਣਾਉਣ ਦੇ ਵਿੱਚ ਇਸ ਬੰਦੇ ਦਾ ਵੀ ਵੱਡਾ ਯੋਗਦਾਨ ਸੀ। ਔਰ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਨਾਲ ਜਿਹੜੇ ਪਹਿਲੇ ਕਿਸਾਨ ਆਗੂ ਸੀ ਇਹਨਾਂ ਨੇ ਪਹਿਲੀ ਆਰਗੇਨਾਈਜੇਸ਼ਨ ਬਣਾਈ ਸੀ। ਅੱਛਾ ਜੀ। ਬਾਅਦ ਦੇ ਵਿੱਚ ਚਲੋ ਆਮ ਤੌਰ ਤੇ ਆਪਾਂ ਨੂੰ ਪਤਾ ਹੀ ਵੀ ਫੁੱਟ ਦਰ ਫੁੱਟ ਪੈਂਦੀ ਗਈ ਤੇ ਕਈ ਜਥੇਬੰਦੀਆਂ ਬਣ ਗਈਆਂ, ਲੇਕਿਨ ਇਸ ਵੇਲੇ ਸਾਰੀਆਂ ਜਥੇਬੰਦੀਆਂ ਮਿਲ ਕੇ ਕੋਆਰਡੀਨੇਸ਼ਨ ਦੇ ਨਾਲ ਸੰਘਰਸ਼ ਕਰ ਰਹੀਆਂ ਜੀ। ਤੇ ਜੇ ਉਸ ਕੋਆਰਡੀਨੇਸ਼ਨ ਦੇ ਵਿੱਚ ਕੋਈ ਨਹੀਂ ਹੈਗਾ ਤਾਂ ਭੁਪਿੰਦਰ ਸਿੰਘ ਮਾਨ ਨਹੀਂ ਸੀ। ਭੁਪਿੰਦਰ ਸਿੰਘ ਮਾਨ ਨੇ ਜਦੋਂ ਇਹ ਕਾਨੂੰਨ ਬਣੇ ਤੇ ਇਹਨਾਂ ਕਾਨੂੰਨਾਂ ਦੇ ਹੱਕ ਵਿੱਚ ਇੱਕ ਚਿੱਠੀ ਵੀ ਲਿਖ ਦਿੱਤੀ ਸੀ, ਪ੍ਰਧਾਨ ਮੰਤਰੀ ਦਾ ਥੈਂਕਸ ਵੀ ਕੀਤਾ ਸੀ ਕਿ ਖੇਤੀ ਨੂੰ ਮੁਕਤੀ ਦਵਾਤੀ ਹੈ ਤੁਸੀਂ। ਫਿਰ ਜਿਹੜੀ ਕਮੇਟੀ ਬਣੀ ਸੁਪਰੀਮ ਕੋਰਟ ਵਾਲੀ, ਉਸ ਕਮੇਟੀ ਦੇ ਵਿੱਚ ਵੀ ਇਹਨਾਂ ਨੂੰ ਪਾ ਲਿਆ। ਮੇਰਾ ਖਿਆਲ ਹੈ ਸੁਪਰੀਮ ਕੋਰਟ ਵਾਲੀ ਜਿਹੜੀ ਕਮੇਟੀ ਬਣੀ ਹੈ, ਸੁਪਰੀਮ ਕੋਰਟ ਵਾਲੀ ਕਮੇਟੀ ਦੀ ਜਿਹੜੀ ਕਮੇਟੀ ਬਣਾਈ ਜਾਵੇ ਜੀ, ਇਹਦੀ ਫੀਡਬੈਕ ਉਹਨਾਂ ਨੇ ਜਿੱਥੋਂ ਕਿਤੋਂ ਵੀ ਲਈ ਹੈ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ, ਉਹ ਲੱਗਦਾ ਇਹ ਹੈ ਕਿ ਇਹ ਫੀਡਬੈਕ ਜਿਹੜੀ ਹੈ ਪਿਛਲੇ ਸਮਿਆਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਬਿਆਨ ਦਿੱਤੇ ਹੈ, ਚਿੱਠੀਆਂ ਲਿਖੀਆਂ ਜਾਂ ਜਿਨ੍ਹਾਂ ਨੇ ਆਰਟੀਕਲ ਲਿਖੇ ਉਹਨਾਂ ਆਰਟੀਕਲਾਂ ਨੂੰ ਚੱਕ ਕੇ ਉਹਨਾਂ ਨੇ ਅੰਦਾਜ਼ਾ ਲਾ ਲਿਆ ਕਿ ਕੌਣ ਬੰਦੇ ਕੰਮ ਦੇ ਹੋ ਸਕਦੇ ਹੈ ਜੀ, ਤੇ ਉਹ ਬੰਦਿਆਂ ਨੂੰ ਆਪਾਂ ਇਹ ਜ਼ਿੰਮੇਵਾਰੀ ਸੌਂਪਤੀ ਸੀ। ਜਦੋਂ ਕਮੇਟੀ ਬਣ ਗਈ ਤੇ ਕਮੇਟੀ ਦੀ ਫਿਰ ਨੁਕਤਾਚੀਨੀ ਹੋਈ ਜੀ। ਨੁਕਤਾਚੀਨੀ ਤੋਂ ਬਾਅਦ ਵੀ ਆਪਾਂ ਦੇਖੀ ਤਾਂ ਭੁਪਿੰਦਰ ਸਿੰਘ ਮਾਨ ਨੇ ਬਿਆਨ ਦਿੱਤਾ ਸੀ, ਬਾਕੀ 3 ਮੈਂਬਰਾਂ ਨੇ ਨਹੀਂ ਦਿੱਤਾ ਸੀ। ਭੁਪਿੰਦਰ ਸਿੰਘ ਮਾਨ ਨੇ ਕਿਹਾ ਸੀਗਾ ਕਿ ਕਮੇਟੀ ਦੀ ਨੁਕਤਾਚੀਨੀ ਜਿਹੜੀ ਸੁਪਰੀਮ ਕੋਰਟ ਨੇ ਗਠਿਤ ਕੀਤੀ ਹੈ ਇਹਦੀ ਨਹੀਂ ਹੋਣੀ ਚਾਹੀਦੀ ਜੀ, ਲੇਕਿਨ ਕੱਲ ਉਹਨਾਂ ਨੇ ਅਸਤੀਫਾ ਦਿੱਤਾ, ਅਲੱਗਾ ਹੋ ਗਏ, ਸੁਪਰੀਮ ਕੋਰਟ ਨੂੰ ਲਿਖ ਦਿੱਤਾ ਜੀ ਮੈਂ ਤਾਂ ਕਿਸਾਨ ਆ, ਮੈਂ ਪੰਜਾਬ ਤੇ ਕਿਸਾਨਾਂ ਦੇ ਬਾਰੇ ਕਦੇ ਬੁਰਾ ਸੋਚ ਹੀ ਨਹੀਂ ਸਕਦਾ ਜੀ। ਜੋ ਸੈਂਟੀਮੈਂਟਸ ਹੈ ਪੰਜਾਬ ਦੇ ਕਿਸਾਨਾਂ ਦੇ, ਜੋ ਜਜ਼ਬਾਤ ਹੈ, ਜੋ ਪੰਜਾਬ ਦੇ ਹਾਲਾਤ ਹੈ, ਇਹਨਾਂ ਹਾਲਾਤਾਂ ਦੇ ਚੱਲਦਿਆਂ ਮੈਂ ਆਪਣੇ ਆਪ ਨੂੰ ਇਸ ਕਮੇਟੀ ਨਾਲੋਂ ਅਲੱਗਾ ਕਰਦਾ ਜੀ। ਲਓ ਜੀ, ਕਿਸਾਨ ਜਥੇਬੰਦੀਆਂ ਨੇ ਸਾਰੀਆਂ ਨੇ ਧੰਨਵਾਦ ਕਰਤਾ। ਇੱਕ ਕਿਸਾਨ ਲੀਡਰ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਜਦੋਂ ਤੂੰ ਇੰਨਾ ਕੀ ਕਰ ਲਿਆ ਭੁਪਿੰਦਰ ਸਿਆ ਜੀ, ਤੇ ਆ ਤੂੰ ਕਿਸਾਨ ਦਾ ਸੰਘਰਸ਼ ਦਾ ਹਿੱਸਾ ਬਣ ਜਾ। ਉਹਨਾਂ ਦੀ ਜਿਹੜੀ ਪੰਜਾਬ ਦੀ ਇਕਾਈ ਹੈ ਬਲਦੇਵ ਸਿੰਘ ਮੀਆਂਪੁਰ ਉਹਦੇ ਪ੍ਰਧਾਨ ਹੈਗੇ ਜੀ, ਤੇ ਬਲਦੇਵ ਸਿੰਘ ਮੀਆਂਪੁਰ ਹੋਰਾਂ ਨੇ ਵੀ ਕੱਲ ਫੈਸਲਾ ਕਰ ਲਿਆ ਜੀ ਸਾਡਾ ਅਸੀਂ ਲਿੰਕ ਤੋੜਦੇ ਆ ਸਰਦਾਰ ਭੁਪਿੰਦਰ ਸਿੰਘ ਮਾਨ ਦੇ ਨਾਲੋਂ। ਉਹਨਾਂ ਨੇ ਇਹ ਦਾਅਵਾ ਕੀਤਾ ਕਿ ਜਦੋਂ ਅਸੀਂ ਲਿੰਕ ਤੋੜ ਲਿਆ ਤੇ ਸਾਡੇ ਦਬਾਅ ਕਾਰਨ ਇਹਨਾਂ ਨੇ ਅਸਤੀਫਾ ਦਿੱਤਾ ਜੀ। ਪਰ ਤੁਸੀਂ ਦੇਖਿਆ ਵੀ ਡੇ 1 ਤੋਂ ਇਹ ਗੱਲ ਤੁਰੀ ਆਉਂਦੀ ਸੀ ਜੀ, ਇਹ ਭੁਪਿੰਦਰ ਸਿੰਘ ਮਾਨ ਹੈ ਜਿਹੜਾ ਇਹ ਕਾਂਗਰਸ ਦੇ ਨੇੜੇ ਹੈ ਔਰ ਇਹਦਾ ਮੁੰਡਾ ਕਿਉਂਕਿ ਪਬਲਿਕ ਸਰਵਿਸ ਕਮਿਸ਼ਨ ਪੰਜਾਬ ਦਾ ਇੱਕ ਮੈਂਬਰ ਵੀ ਹੈ ਜੀ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨੇੜਤਾ ਵਾਲੀ ਗੱਲ ਵੀ ਸਾਹਮਣੇ ਆ ਗਈ ਕਿ ਅਮਰਿੰਦਰ ਸਿੰਘ ਦੇ ਨਾਲ ਇਹਦੀ ਨੇੜਤਾ ਹੈ। ਜੇ ਅਸੀਂ ਦੇਖੀਏ ਤਾਂ 2012 2017 ਦੀਆਂ ਵਿਧਾਨ ਸਭਾ ਚੋਣਾਂ ਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭੁਪਿੰਦਰ ਸਿੰਘ ਮਾਨ ਨੇ ਕਾਂਗਰਸ ਪਾਰਟੀ ਦੀ ਹਮਾਇਤ ਕੀਤੀ ਸੀ ਜੀ। ਇਹ ਤੋਂ ਪਹਿਲਾਂ ਭੁਪਿੰਦਰ ਸਿੰਘ ਮਾਨ 1990 ਚ ਰਾਜ ਸਭਾ ਦਾ ਮੈਂਬਰ ਬਣਿਆ ਸੀ ਤੇ 96 ਤੱਕ ਰਿਹਾ ਸੀ ਜੀ। 1990 ਚ ਜਦੋਂ ਮੈਂਬਰ ਇਹ ਬਣਿਆ ਤੇ ਉਦੋਂ ਸੀ ਦੇਸ਼ ਦਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਜੀ। ਚੰਦਰ ਸ਼ੇਖਰ ਦੀ ਸਰਕਾਰ ਹੈ ਜਿਹੜੀ ਉਹ ਕਾਂਗਰਸ ਦੀ ਹਮਾਇਤ ਨਾਲ ਹੀ ਬਣੀ ਸੀ ਤੇ ਹਮਾਇਤ ਵਾਪਸ ਲੈਣ ਦੀ ਟੁੱਟੀ ਸੀ ਜੀ। ਸੰਭਾਵਨਾ ਇਹ ਵੀ ਹੈ ਕਿ ਜਦੋਂ ਇਹਨੂੰ ਮੈਂਬਰ ਨੋਮੀਨੇਟ ਕੀਤਾ ਹੈ, ਜਿਵੇਂ ਸਾਡੇ ਰੰਜਨ ਗੋਗੋਈ ਸਾਹਿਬ ਕੀਤੇ ਹੈ ਉਵੇਂ ਕੀਤਾ ਸੀ, ਇਹ ਕੋਈ ਇਲੈਕਸ਼ਨ ਜਿੱਤ ਕੇ ਨਹੀਂ ਆਇਆ ਸੀ। ਜਦੋਂ ਨੋਮੀਨੇਟ ਕੀਤਾ ਹੋ ਸਕਦਾ ਉਦੋਂ ਕਾਂਗਰਸ ਨੇ ਸਿਫਾਰਿਸ਼ ਕੀਤੀ ਹੋਵੇ, ਬਿਲਕੁਲ ਹੁਣ ਵੀ ਸਾਰਾ ਕੁਛ ਆ ਗਿਆ। ਪਰ ਜਿਵੇਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਤੇ ਚਾਂਦਮਾਰੀ ਆਮ ਆਦਮੀ ਪਾਰਟੀ ਵਾਲੇ ਵੀ ਕਰ ਰਹੇ ਸੀ, ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਸੀ। ਸੁਖਬੀਰ ਸਿੰਘ ਬਾਦਲ ਤਾਂ ਇਹ ਕਹਿ ਰਿਹਾ ਸੀਗਾ ਜੀ ਸਾਰੀ ਕਮੇਟੀ ਕੈਪਟਨ ਦੀ ਸਿਫਾਰਿਸ਼ ਤੇ ਬਣਾਈ ਵੀ ਹੈ। ਤੇ ਕੱਲ ਜਦੋਂ ਫਿਰ ਅਸਤੀਫਾ ਦਿੱਤਾ ਤੇ ਉਦੋਂ ਗੱਲਾਂ ਹੋਣ ਲੱਗੀਆਂ ਵੀ ਇਹਨੇ ਜੀ ਅਸਤੀਫਾ ਕਿਵੇਂ ਦਿੱਤਾ, ਇਹ ਅਲੱਗਾ ਕਿਵੇਂ ਹੋਇਆ, ਕੀ ਕੁਛ ਹੋਇਆ ਜੀ। ਲੇਕਿਨ ਪਰਦੇ ਦੇ ਪਿੱਛੇ ਜਿਹੜੀਆਂ ਸਰਗਰਮੀਆਂ ਚੱਲਦੀਆਂ ਸੀ, ਜਦੋਂ ਵਿਰੋਧੀਆਂ ਨੇ ਚਾਂਦਮਾਰੀ ਕੈਪਟਨ ਤੇ ਸ਼ੁਰੂ ਕਰਤੀ ਤੇ ਕੈਪਟਨ ਨੇ ਉਸੇ ਵੇਲੇ ਆਪਣੇ ਜਿਹੜੇ ਮਾਝੇ ਨਾਲ ਸੰਬੰਧਿਤ ਵਜ਼ੀਰ ਸੀ ਉਹਨਾਂ ਦੀ ਡਿਊਟੀ ਲਾਤੀ ਕਿ ਤੁਸੀਂ ਉਹਦੇ ਨਾਲ ਤਾਲਮੇਲ ਕਰੋ। ਸੁਨੀਲ ਕੁਮਾਰ ਜਾਖੜ ਨੇ ਵੀ ਉਹਦੇ ਨਾਲ ਤਾਲਮੇਲ ਕੀਤਾ। ਅਖੀਰ ਕੱਲ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਹੈ ਤੇ ਕੈਬਨਿਟ ਦੀ ਮੀਟਿੰਗ ਤੋਂ ਐਨ ਪਹਿਲਾਂ
ਇਹਦੀ ਅਲੱਦਗੀ ਦੀ ਖਬਰ ਆ ਗਈ। ਤੇ ਫਿਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸੂਚਿਤ ਕੀਤਾ ਆਪਣੇ ਸਾਥੀਆਂ ਨੂੰ ਕਿ ਅੱਜ ਮੈਂ ਗੱਲ ਕੀਤੀ ਹੈ ਭੁਪਿੰਦਰ ਸਿੰਘ ਮਾਨ ਨਾਲ ਕਿ ਭੁਪਿੰਦਰ ਸਿੰਘ ਚੁੱਪ ਕਰਕੇ ਜਿਹੜਾ ਹੈਗਾ ਅਲੱਗਾ ਹੋ ਜਾ ਜੀ। ਹੁਣ ਇਹਦੇ ਦਾਨੇਲੀਆ ਸਾਹਿਬ ਜੇ ਆਪਾਂ ਕਹੀਏ, ਮੈਂ ਕਹਿਣਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ, ਲੇਕਿਨ ਇਹ ਜਿਹੜੀ ਹੈਗੀ ਹੈ ਇਹ ਮੁੱਢਲੀ ਜਿੱਤ ਹੈ ਕਿਸਾਨ ਅੰਦੋਲਨ ਦੀ ਜੀ, ਕਿਉਂਕਿ ਸੁਪਰੀਮ ਕੋਰਟ ਦੀ ਬਣਾਈ ਹੋਈ ਅਦਾਲਤੀ ਕਮੇਟੀ ਤੋਂ ਇੱਕ ਵਿਕਟ ਦਾ ਡਿੱਗ ਪੈਣਾ। 4 ਵਿਕਟਾਂ ਦੇ ਵਿੱਚੋਂ ਜੇ ਇੱਕ ਵਿਕਟ ਡਿੱਗ ਪਈ ਤਾਂ ਗੱਲ ਚੌਥੇ ਹਿੱਸੇ ਦੀ ਲੜਾਈ ਤੇ ਬਿਲਕੁਲ। ਔਰ ਇਹਦਾ ਜਿਹੜਾ ਸਿਰ ਹੈ ਉਹ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਨੂੰ ਜਾਂਦਾ ਹੈ, ਕਿਉਂਕਿ ਲੀਡਰਸ਼ਿਪ ਨੇ ਜਿਸ ਢੰਗ ਦੇ ਨਾਲ ਜਿਹੜੀ ਹੈ ਘੇਰਾਬੰਦੀ ਕੀਤੀ ਹੋਈ ਹੈ ਸਾਰੇ ਪਾਸਿਆਂ ਤੋਂ, ਪੋਲੀਟੀਕਲ ਲੀਡਰਾਂ ਦੀ ਵੀ ਇਹ ਮਜਬੂਰੀ ਬਣ ਗਈ ਹੈ ਕਿ ਕਿਸਾਨਾਂ ਦੀ, ਕਿਸਾਨ ਅੰਦੋਲਨ ਦੀ ਨਾਰਾਜ਼ਗੀ ਨਾ ਹਾਸਲ ਕੀਤੀ ਜਾਵੇ। ਤੇ ਜੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਤਰੱਦਦ ਕੀਤਾ ਹੈ, ਉਹਨੇ ਯਤਨ ਕੀਤਾ, ਤਾਂ ਇਹਦਾ ਕਾਰਨ ਵੀ ਹੈ ਕਿਸਾਨਾਂ ਦਾ ਦਬਾਅ। ਉਹ ਦਬਾਅ ਦੇ ਚੱਲਦੇ ਮਤਲਬ ਜਿਹੜਾ ਹੈ ਭੁਪਿੰਦਰ ਸਿੰਘ ਨੇ ਆਪਣੇ ਆਪ ਨੂੰ ਇਸ ਕਮੇਟੀ ਨਾਲੋਂ ਅਲੱਗਾ ਕੀਤਾ ਹੈ ਜੀ। ਤੇ ਹੁਣ ਢਿੱਲੋਂ ਸਾਹਿਬ ਕਹਿੰਦੇ ਵੀ ਬੀਜੇਪੀ ਨੇ ਕਹਿਤਾ ਵੀ ਅਸੀਂ ਕੋਈ ਵੀ ਜਨਤਕ ਪ੍ਰੋਗਰਾਮ ਭਾਵੇਂ ਸਰਕਾਰੀ ਹੈ ਤੇ ਗੈਰ ਸਰਕਾਰੀ ਹੈ ਕੋਈ ਅਸੀਂ ਨਹੀਂ ਕਰਾਂਗੇ। ਹਰਿਆਣਾ ਦੋਨਾਂ ਨੇ ਕਹਿਤਾ ਜੀ, ਨਾਲ ਜੇਜੇਪੀ ਨੇ ਵੀ ਕਹਿਤਾ। ਅੱਛਾ, ਉਹਨਾਂ ਨੇ ਵੀ ਕਹਿਤਾ। ਕਾਰਨ ਇਹਦਾ ਇਹ ਹੈ ਕਿ ਜਦੋਂ ਪਹਿਲਾਂ ਮਨੋਹਰ ਲਾਲ ਖੱਟਰ ਦਾ ਮਾਨਤਾਨ ਹੋਇਆ ਅੰਬਾਲੇ ਜੀ, ਫਿਰ ਤੁਹਾਡਾ ਇਹਦਾ ਹੋਇਆ ਦੁਸ਼ਯੰਤ ਸਿੰਘ ਚੌਟਾਲਾ ਦਾ ਡਿਪਟੀ ਮੁੱਖ ਮੰਤਰੀ ਦਾ, ਉਹਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਜੀ। ਤੇ ਤੀਜਾ ਫਿਰ ਹੈਲੀਕਾਪਟਰ ਜਦੋਂ ਮਨੋਹਰ ਲਾਲ ਖੱਟਰ ਨੇ ਉਤਾਰਨਾ ਚਾਹਿਆ ਤਾਂ ਉਹਦਾ ਵੀ ਨਹੀਂ ਉਤਰਨ ਦਿੱਤਾ ਜੀ। ਜਿਹੜਾ ਹੈਲੀਪੈਡ ਸੀ ਉਹ ਪੱਟ-ਪੁੱਟਦਾ ਸੀ, ਮੰਚ ਤੇ ਕਬਜ਼ਾ ਹੋ ਗਿਆ ਸੀ, ਤੋੜ ਭੰਨ ਹੋ ਗਈ ਸੀ। ਉਹ ਤੋਂ ਬਾਅਦ ਫਿਰ ਇਹ ਗਏ ਜਾ ਕੇ ਅਮਿਤ ਸ਼ਾਹ ਕੋਲੇ ਵੀ ਜੀ ਅਸੀਂ ਕੀ ਕਰੀਏ ਜੀ। ਇਹ ਸਾਰਾ ਕੁਝ ਹੋਇਆ ਕਿਉਂਕਿ ਕਹਿੰਦੇ ਜੀ ਕਿਸਾਨਾਂ ਦੀ ਮਹਾਂ ਪੰਚਾਇਤ ਬੁਲਾ ਕੇ ਤੇ ਕਿਸਾਨਾਂ ਨੂੰ ਖੇਤੀਬਾੜੀ ਵਾਲੇ ਕਾਨੂੰਨਾਂ ਤੋਂ ਜਾਣੂ ਕਰਾਓ ਕਿ ਤੁਹਾਡੇ ਹੱਕ 'ਚ ਹੈ। ਉਹ ਕਹਿੰਦਾ ਵੀ ਪੂਰਾ ਤੋਲ ਤੇ ਉਹ ਕਹਿੰਦਾ ਥੜੇ ਨਾ ਚੜ ਜੀ। ਕਿਸਾਨ ਕਹਿੰਦੇ ਵੀ ਸਾਡੇ ਕਨੀ ਝਾਕੋ ਨਾ। ਇਹ ਕਹਿੰਦੇ ਜੀ ਅਸੀਂ ਸਮਝਾਉਣ ਜਾਣਾ, ਤੇ ਸਮਝਾਉਣ ਵਾਸਤੇ ਗਏ ਸੀ ਜੀ, ਤੇ ਸਮਝਾ ਕਿਸਾਨਾਂ ਨੇ ਦਿੱਤੇ। ਅੱਛਾ ਜੀ। ਫਿਰ ਦੋਨੇ ਰੋਂਦੇ ਪਿੱਟਦੇ ਗਏ ਅਮਿਤ ਸ਼ਾਹ ਕੋਲੇ ਕਿ ਸ਼ਾਹ ਜੀ ਹੁਣ ਕੀ ਕਰੀਏ, ਸਾਨੂੰ ਤਾਂ ਵੜਨ ਨਹੀਂ ਦਿੰਦੇ। ਸ਼ਾਹ ਜੀ ਕਹਿੰਦੇ ਵੀ ਸੋਚ ਲਓ, ਕੁਛ ਸੋਚ ਲਓ। ਤੇ ਫਿਰ ਪ੍ਰੋਗਰਾਮ ਵੀ ਬਣਾ ਲਿਆ ਜੀ ਇਹਨਾਂ ਨੇ ਇੱਕ ਜੀ ਕਿ ਗਣਤੰਤਰਤਾ ਦਿਵਸ ਤੇ ਝੰਡੇ ਕਿੱਥੇ ਕਿੱਥੇ ਚਲਾਉਣੇ। ਉਹ ਝੰਡੇ ਚਲਾਉਣ ਦਾ ਜਿਹੜਾ ਪ੍ਰੋਗਰਾਮ ਬਣਿਆ ਸੀ ਜੀ, ਉਹਦੇ ਮੁਤਾਬਕ ਜਿਹੜੇ ਗਵਰਨਰ ਸਾਹਿਬ ਹੈ ਹਰਿਆਣੇ ਦੇ ਜੀ, ਉਹ ਜਿਹੜੇ ਹੈ ਜੀ ਪੰਚਕੂਲਾ 'ਚ ਚੜਾਉਣਗੇ, ਸਤਿਆਦੇਵ ਨਾਰਾਇਣ ਆਰੀਆ ਜੀ। ਤੇ ਜਿਹੜੇ ਮਨੋਹਰ ਲਾਲ ਖੱਟਰ ਸਾਹਿਬ ਹੈ ਮੁੱਖ ਮੰਤਰੀ, ਉਹਨਾਂ ਦੀ ਡਿਊਟੀ ਲੱਗੀ ਹੈ ਪਾਣੀਪਤ, ਉਹ ਉੱਥੇ ਝੰਡਾ ਚਲਾਉਣਗੇ। ਤੇ ਦੁਸ਼ਯੰਤ ਸਿੰਘ ਚੌਟਾਲਾ ਜਿਹੜੇ ਹੈਗੇ ਜੀ ਉਹ ਅੰਬਾਲਾ 'ਚ ਚੜਾਉਣਗੇ। ਤੇ ਨਾਲ ਕਿਸਾਨਾਂ ਨੇ ਵੀ ਕਹਿਤਾ ਵੀ ਆਜੋ, ਮਾਰਤੀਆਂ ਕਿਸਾਨਾਂ ਨੇ ਵੀ ਥਾਪੀਆਂ। ਅੱਛਾ, ਉਹ ਕਹਿੰਦੇ ਆਜੋ, ਤੁਹਾਨੂੰ ਦੋਨਾਂ ਨੂੰ ਨਹੀਂ ਅਸੀਂ ਵੜਨ ਦਿੰਦੇ, ਝੰਡਾ ਨਹੀਂ ਤੇ ਲਹਿਰਾਓਗੇ। ਗਣਤੰਤਰਤਾ ਦਿਵਸ ਦਾ ਝੰਡਾ ਨਾ ਚੌਟਾਲਾ ਲਹਿਰਾ ਸਕਦਾ ਤੇ ਨਾ ਲਹਿਰਾ ਸਕਦਾ ਹੈ ਮਨੋਹਰ ਲਾਲ ਖੱਟਰ। ਤੇ ਹੁਣ ਜੀ ਕੱਲ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਕਿ ਨਾ ਤਾਂ ਆਪਾਂ ਕੋਈ ਕਿਸਾਨ ਮਹਾਪੰਚਾਇਤ ਬੁਲਾਉਣੀ ਹੈ, ਨਾ ਕੋਈ ਵੱਡਾ ਸਮਾਗਮ ਕਰਨਾ, ਤੇ ਨਾ ਖੇਤੀ ਕਾਨੂੰਨਾਂ ਦੀ ਕਰਨੀ ਹੈ ਵਕਾਲਤ। ਜਿਹੜੇ ਉਹਨਾਂ ਦੇ ਸਿੱਖਿਆ ਮੰਤਰੀ ਹੈ, ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛ ਲਿਆ, ਤੁਹਾਡੇ ਵਰਗੇ ਨੇ, ਵੀ ਇਹ ਭਾਣਾ ਕੀ ਵਰਤ ਗਿਆ ਜੀ। ਉਹ ਕਹਿੰਦਾ ਜੀ ਅਮਿਤ ਸ਼ਾਹ ਕਹਿੰਦਾ ਵੀ ਜੂਤ ਨਾ ਖਾਓ, ਪ੍ਰੋਗਰਾਮ ਹੀ ਮੁਲਤਵੀ ਕਰ ਦਿਓ। ਤੇ ਫਿਰ ਹੁਣ ਇਹ ਗੱਲ ਆ ਗਈ ਕਿ ਜਦੋਂ ਤੁਸੀਂ ਝੰਡਾ ਚਲਾਓਗੇ ਤੇ ਫਿਰ ਉਦੋਂ ਕੀ ਅਬ ਕਿਆ ਹੋਗਾ ਕਾਲੀਆ। ਜਿਹੜੀ ਅੰਦਰੋਂ ਖਬਰ ਮਿਲੀ ਹੈ ਦਾਨੇਵਾਲੀਆ ਸਾਹਿਬ ਬੜੀ ਭਿਆਨਕ ਹੈ ਜੀ। ਕਹਿੰਦੇ ਡਿਊਟੀ ਤਾਂ ਹੈਗੀ ਲਾਈ ਵੀ ਕਿ ਮੁੱਖ ਮੰਤਰੀ ਸਾਹਿਬ ਵੀ ਝੰਡਾ ਚਲਾਉਣਗੇ ਤੇ ਡਿਪਟੀ ਮੁੱਖ ਮੰਤਰੀ ਸਾਹਿਬ ਵੀ, ਪਰ ਨਾਲ ਬਦਲਵਾਂ ਪ੍ਰਬੰਧ ਵੀ ਕਰਤਾ ਕਿ ਇਨ ਕੇਸ ਇਹ ਨਾ ਪਹੁੰਚ ਸਕਣ ਤਾਂ ਫਲਾਣਾ ਮੰਤਰੀ, ਤਾਂ ਫਿਰ ਇਹ ਰਸਮ ਫਿਰ ਡਿਪਟੀ ਕਮਿਸ਼ਨਰ ਹੀ ਅਦਾ ਕਰਦੇ, ਕਿਉਂਕਿ ਡਿਪਟੀ ਕਮਿਸ਼ਨਰ ਦੇ ਨਾਲ ਕਿਸੇ ਨੂੰ ਕੋਈ ਰੰਜ ਨਹੀਂ ਹੈ। ਉਹ ਇੱਕ ਬਿਊਰੋਕਰੇਟ ਹੈ, ਉਹਦੀ ਇੱਕ ਸੰਵਿਧਾਨਕ ਪੋਸਟ ਹੈ, ਉਹ ਕਰ ਦੂਗਾ। ਜੇ ਰੰਜ ਹੈ ਤਾਂ ਰੰਜ ਉਹਨਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਖੇਤੀ ਸੰਬੰਧੀ ਕਾਨੂੰਨ ਬਣਾਏ ਹੈ ਜਾਂ ਜਿਹੜੇ ਕਾਨੂੰਨ ਬਣਾਉਣ ਵਾਲਿਆਂ ਦੀ ਹਮਾਇਤ ਕਰਦੇ, ਉਹਦੇ 'ਚ ਦੋਨੇ ਫਸੇ ਹੋਏ। ਇਹਦੇ ਨਾਲ ਹੀ ਇੱਕ ਜਿਹੜੀ ਹੋਰ ਖਬਰ ਆ ਰਹੀ ਹੈ, ਕਹਿੰਦੇ ਭੁਪਿੰਦਰ ਸਿੰਘ ਹੁੱਡਾ ਨੇ ਬਹੁਤ ਸਰਗਰਮੀਆਂ ਵਧਾਤੀਆਂ। ਜਿਹੜੇ 10 ਕੁ ਮੈਂਬਰ ਹੈ ਜੀ ਇਹਨਾਂ ਦੇ ਜਨਹਿਤ ਜਨਤਾ ਪਾਰਟੀ ਦੇ ਜੀ, ਤੇ ਉਹਨਾਂ 10 ਦੇ ਵਿੱਚੋਂ ਕਹਿੰਦੇ ਇਕੱਲੇ ਚੌਟਾਲਾ ਸਾਹਿਬ ਹੀ ਪਾਸੇ ਹੈ ਜਾਂ ਉਹਦੀ ਮਾਂ ਹੈ, ਤੇ ਬਾਕੀ 7 ਕਹਿੰਦੇ 7 ਪਾਸੇ ਹੈ। 7 ਪਾਸੇ ਨਾ ਇਹ ਪਾਸੇ 7 ਤਾਂ ਜਿਹੜੇ ਦੂਜੇ ਪਾਸੇ ਤਾਂ ਕਹਿੰਦੇ ਜੀ ਇਹਨਾਂ ਨੇ ਤਾਂ ਤਾਰਾਂ ਜੋੜ ਲਈਆਂ ਹੁੱਡਾ ਸਾਹਿਬ ਨਾਲ। ਮੈਂ ਕਹੀ ਜਾਂਦਾ ਹਾਂ, ਹੁੱਡਾ ਸਾਹਿਬ ਨਾਲ। ਤੇ ਉਹ ਡਿਮਾਂਡ ਵੀ ਕਰੀ ਜਾਂਦੇ ਜੀ ਵਿਧਾਨ ਸਭਾ ਦਾ ਸੈਸ਼ਨ ਬੁਲਾਓ। ਤੇ ਜੇ ਸੈਸ਼ਨ ਵਿਧਾਨ ਸਭਾ ਦਾ ਕਿੰਨੀ ਕੁ ਦੇਰ ਨਾਲ ਬੁਲਾਉਣਗੇ ਤਾਂ ਹੁਣ ਆਊਗਾ ਹੀ। ਆ ਗਿਆ ਉਹ ਤਾਂ ਹੁਣੀ ਕੀ ਕਹਿੰਦਾ ਤੁਹਾਡਾ ਬਜਟ ਵਾਲਾ ਕਿ ਤੇ ਬਜਟ ਸੈਸ਼ਨ ਮੇਰੀ ਯਾਦ ਹੈ ਇੱਕ ਵਾਰੀ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ 70 'ਚ ਮੁੱਖ ਮੰਤਰੀ ਬਣੇ, ਉਹ 70 'ਚ ਮੁੱਖ ਮੰਤਰੀ ਬਣਨ ਦਾ ਕਾਰਨ ਇਹ ਸੀ ਕਿ ਉਦੋਂ ਜਿਹੜਾ ਬਜਟ ਜਿਹੜਾ ਪਾਸ ਨਹੀਂ ਹੋ ਸਕਿਆ ਸੀ, ਬਜਟ ਡਿੱਗ ਪਿਆ ਸੀ। ਤੇ ਬਜਟ ਡਿੱਗਣਾ ਜਿਹੜਾ ਹੈਗਾ ਉਹ ਨਾਲ ਦੀ ਨਾਲ ਸਰਕਾਰ ਦੀ ਹੈ ਜਿਹੜੀ ਉਹ ਸਮਾਪਤੀ ਹੈ। ਹਾਲਾਤ ਇਹ ਬਣਦੇ ਜਾਂਦੇ ਆ ਕਿ ਜਿਹੜੀ ਹੈ ਸਭ ਤੋਂ ਜ਼ਿਆਦਾ ਜਿਹੜਾ ਸੇਕ ਹੈ
ਉਹ ਹਰਿਆਣਾ 'ਚ ਲੱਗ ਰਿਹਾ ਹੈ। ਹੂੰ ਔਰ ਇਸੇ ਦਾ ਨਤੀਜਾ ਕਿ ਸੇਕ ਤੋਂ ਡਰਦੇ ਨੇ ਹੁਣ ਪ੍ਰੋਗਰਾਮ ਹੀ ਬੰਦ ਕਰਤੇ। ਤਾਂ ਇਹ ਤਾਂ ਲੱਗਦਾ ਕਿ ਜੇ ਇਹ ਤਾਂ ਆਪਣੇ ਆਪ 'ਚ ਇਤਿਹਾਸ ਹੋਊਗਾ ਵੀ ਮੁੱਖ ਮੰਤਰੀ ਝੰਡਾ ਨਾ ਚਲਾਵੇ 26 ਜਨਵਰੀ। ਬਿਲਕੁਲ ਬਿਲਕੁਲ, ਪਰ ਉਹਨਾਂ ਨੇ ਕਿਸਾਨਾਂ ਨੇ ਕਹਿਤਾ ਨਹੀਂ ਚੜਾਉਣ ਦੇਵਾਂਗੇ। ਹੂੰ ਤੇ ਜੇ 26 ਜਨਵਰੀ ਨੂੰ ਆਪਾਂ 20 ਲੱਖ ਕਿਸਾਨਾਂ ਵਾਲੀ ਗੱਲ ਕਰਦੇ ਹਾਂ, 20 ਲੱਖ ਤਾਂ ਦਿੱਲੀ ਵਾਲੀ ਜਾਂਦੀ ਹੈ ਗੱਲ, ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ। ਤੇ ਬਾਕੀ ਜਿਹੜੇ ਉਹ ਗਲੀਆਂ 'ਚ ਤੁਰੇ ਜਿਹੜੇ ਗਲੀਆਂ 'ਚ ਤੁਰੇ ਫਿਰਨਗੇ ਉਹ ਤਾਂ ਬਿਲਕੁਲ। ਹਾਂਜੀ ਹਾਂਜੀ। ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਤੇ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਸੀਂ ਆਗਿਆ ਦਿਓ ਜੀ। ਫਿਰ ਮਿਲਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਤੇ ਮੈਂ ਸਵਰਨ ਸਿੰਘ ਦਾ ਤੁਹਾਡੇ ਨਾਲ ਮੁਲਾਕਾਤ ਹੋਏਗੀ ਜੀ ਸੋਮਵਾਰ ਨੂੰ।